Hello students, I am Monica. I am here again to teach you MOP subject of your class. आज बजे ਆਪਾਂ ਇਹਦਾ ਸੈਕੰਡ ਚੈਪਟਰ ਫੰਕਸ਼ਨਸ ਆਫ ਐਨ ਆਫਿਸ ਫਸਟਲੀ ਜੋ ਆਪਾਂ ਚੈਪਟਰ ਕਵਰ ਅਪ ਕੀਤਾ ਸੀ ਮਾਡਰਨ ਆਫਿਸ ਪ੍ਰੈਕਟਿਸ ਦੇ ਵਿੱਚ ਉਹ ਸੀ ਆਪਣੇ ਕੋਲੇ ਉਸ ਦੀ ਇੰਟਰੋਡਕਸ਼ਨ ਮਾਡਰਨ ਆਫਿਸ ਕਿੱਥੇ ਯੂਜ਼ ਹੁੰਦਾ ਹੈ ਕੀ ਇਹਦਾ ਪਰਪਸ ਹੈ ਇਹਦੇ ਵਿੱਚ ਕੀ ਫੰਕਸ਼ਨਸ ਨੇ ਤਾਂ ਆਪਾਂ ਉਹ ਚੀਜ਼ਾਂ ਸਾਰੀਆਂ ਉਹਦੇ ਵਿੱਚ ਪੜ੍ਹੀਆਂ ਸੀ ਹੁਣ ਆਪਣੇ ਕੋਲ ਹੈ ਫੰਕਸ਼ਨਸ ਆਫ ਐਨ ਆਫਿਸ ਕਿ ਫੰਕਸ਼ਨਸ ਕੀ ਨੇ ਆਫਿਸ ਦੇ ਪਹਿਲਾਂ ਤਾਂ ਆਫਿਸ ਆਪਾਂ ਪੜ੍ਹੇ ਸੀ ਕਿ ਕੀ ਹੁੰਦਾ ਐਕਚੁਅਲ ਦੇ ਵਿੱਚ ਦੈਨ ਆਪਾਂ ਦੇਖੀਏ ਕਿ ਫੰਕਸ਼ਨਸ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਜਿਵੇਂ ਰੂਟੀਨ ਫੰਕਸ਼ਨਸ ਹੈ ਐਂਡ ਆਪਣੇ ਕੋਲੇ ਐਡਮਿਨਿਸਟ੍ਰੇਟਿਵ ਫੰਕਸ਼ਨਸ ਹੈ ਰੂਟੀਨ ਫੰਕਸ਼ਨਸ ਜਿਹੜੇ ਆਪਣੇ ਨਾਰਮਲੀ ਜੋ ਵੀ ਆਪਾਂ ਆਫਿਸ ਦੇ ਵਿੱਚ ਵਰਕ ਕਰਦੇ ਹਾਂ ਉਹਦੇ ਰਿਲੇਟਡ ਦੈਨ ਫਸਟ ਇਜ਼ ਗੈਦਰਿੰਗ ਇਨਫੋਰਮੇਸ਼ਨਸ ਨੂੰ ਗੈਦਰ ਕਰਨਾ ਕਿ ਜੋ ਇਨਫੋਰਮੇਸ਼ਨਸ ਆਪਣੀ ਪ੍ਰੋਸੈਸਿੰਗ ਦੇ ਲਈ ਜ਼ਰੂਰੀ ਹੈ ਅਰੇਂਜਿੰਗ ਐਂਡ ਰਿਕਾਰਡਿੰਗ ਉਹਨਾਂ ਨੂੰ ਅਰੇਂਜ ਕਰਨਾ ਅਤੇ ਉਹਨਾਂ ਨੂੰ ਰਿਕਾਰਡ ਕਰਨਾ ਪ੍ਰੋਪਰਲੀ ਮੇਨਟੇਨ ਕਰਕੇ ਰੱਖਣਾ ਕਿ ਉਹਨਾਂ ਦਾ ਰਿਕਾਰਡ ਆਪਾਂ ਕਿੱਥੇ ਰੱਖਣਾ ਹੈ ਅਤੇ ਕਿਹੜੇ ਡਿਪਾਰਟਮੈਂਟ 'ਚ ਇਹ ਇਨਫੋਰਮੇਸ਼ਨ ਜ਼ਰੂਰੀ ਹੈ ਕਿਹੜੇ ਡਿਪਾਰਟਮੈਂਟ ਨੂੰ ਇਹ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਕਿ ਉਹਦੇ ਰਿਲੇਟਡ ਉਹ ਆਪਣਾ ਕੰਮ ਕਰ ਸਕਣ ਦੈਨ ਐਨਾਲਾਈਜ਼ਿੰਗ ਇਨਫੋਰਮੇਸ਼ਨ ਉਸ ਇਨਫੋਰਮੇਸ਼ਨ ਨੂੰ ਐਨਾਲਾਈਜ਼ ਕਰਨਾ ਕਿ ਉਸ ਇਨਫੋਰਮੇਸ਼ਨ 'ਤੇ ਆਪਾਂ ਕਿਵੇਂ ਕੰਮ ਕਰ ਸਕਦੇ ਹਾਂ disseminating the information then maintain internal coordination create good public relations ਇਹ ਸਾਰੇ ਕੀ ਨੇ ਆਪਣੇ routine functions ਨੇ administrative ਦੇ ਵਿੱਚ procuring office equipment establish office procedures create departments safeguarding of office assets procuring ਇਹ ਸਾਰੇ ਆਪਾਂ ਇਹਨਾਂ ਨੂੰ ਪ੍ਰੋਪਰਲੀ ਚੈੱਕ ਆਊਟ ਕਰਾਂਗੇ ਕਿ ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਬਰੀਫਲੀ ਆਪਾਂ ਡਿਸਕਸ ਕਰਦੇ ਹਾਂ ਦੈਨ ਫਸਟਲੀ ਆਪਣੀ ਡੈਫੀਨੇਸ਼ਨ ਆਉਂਦੀ ਹੈ ਕਿ ਆਫਿਸ ਵਰਕ ਐਕਚੁਅਲ ਦੇ ਵਿੱਚ ਫੰਕਸ਼ਨ ਜਿਹੜੇ ਆਫਿਸ ਦੇ ਹੈਗੇ ਨੇ ਆਫਿਸ ਦੇ ਵਿੱਚ ਕੀ ਕੰਮ ਹੁੰਦੇ ਹੈ ਕਿ ਉਹਨਾਂ ਦਾ ਕੀ ਪਰਪਸ ਹੈ ਇਹਦੇ ਵਿੱਚ ਜਿਵੇਂ ਆਫਿਸ ਵਰਕ ਇਜ਼ ਕੰਸਰਨਡ ਵਿਦ ਰਿਕਾਰਡਸ ਜਿਹੜਾ ਆਫਿਸ ਦਾ ਕੰਮ ਹੈ ਮੇਨਲੀ ਉਹ ਰਿਕਾਰਡ ਨਾਲ ਕੰਸਰਨ ਕਰਦਾ ਹੈ ਸੈਟਿਸਫਾਈਡ ਕਮਿਊਨੀਕੇਸ਼ਨਸ ਨੂੰ ਸੈਟਿਸਫਾਈਡ ਕਰਨਾ ਕਿ ਯੂਜ਼ਰ ਨੇ ਆਪਣੇ ਨਾਲ ਕਮਿਊਨੀਕੇਟ ਕੀਤਾ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਕਿੱਦਾਂ ਦੀ ਉਹ ਡਿਮਾਂਡ ਕਰ ਰਹੇ ਨੇ ਅਤੇ ਉਹ ਆਪਾਂ ਨੂੰ ਇਨਫੋਰਮੇਸ਼ਨ ਕੀ ਦੇ ਰਹੇ ਨੇ ਕਿ ਕਿਹੜੀ ਚੀਜ਼ਾਂ ਦੀ ਫੈਸਿਲਿਟੀ ਜਾਂ ਕਿਹੜੇ ਉਹਨਾਂ ਨੂੰ ਫੀਚਰਸ ਉਹਦੇ ਵਿੱਚ ਐਡਵਾਂਸਡ ਚਾਹੀਦੇ ਦੈਨ ਪਲੈਨਿੰਗ ਐਂਡ ਸ਼ਡਿਊਲਿੰਗ ਫਿਰ ਆਪਾਂ ਉਹਦੇ ਅਕੋਰਡਿੰਗ ਪਲੈਨਿੰਗ ਕਰਨਾ ਦੈਨ ਉਹਨੂੰ ਸ਼ਡਿਊਲ ਕਰਨਾ ਠੀਕ ਹੈ ਕਿ ਕਿੰਨੇ ਟਾਈਮ ਦੇ ਵਿੱਚ ਆਪਾਂ ਨੇ ਇਹ ਚੀਜ਼ ਪੂਰੀ ਕਰਨੀ ਹੈ ਵੀ ਪਹਿਲੇ ਆਪਣੇ 5 ਦਿਨ ਇਸ ਕੰਮ 'ਤੇ ਚੱਲਣਗੇ ਫਿਰ ਅਗਲੇ ਨੈਕਸਟ ਡੇ ਆਪਣੇ ਇਹ ਕੰਮ ਚੱਲਣਗੇ ਫਿਰ ਇਹ ਕੰਮ ਚੱਲਣਗੇ ਅਤੇ ਕਦੋਂ ਤੱਕ ਆਪਾਂ ਫਾਈਨਲੀ ਉਹਨੂੰ ਲਾਂਚ ਕਰ ਦਾਂਗੇ ਤਾਂ ਇਹ ਕੀ ਨੇ ਆਪਣੇ ਡੈਫੀਨੇਸ਼ਨਸ ਨੇ ਕਿ ਆਫਿਸ ਵਰਕ ਦੇ ਵਿੱਚ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਦੈਨ ਨੇਚਰ ਆਫ ਆਫਿਸ ਫੰਕਸ਼ਨ ਨੇਚਰ ਕੀ ਹੈ ਹੁਣ ਆਫਿਸ ਫੰਕਸ਼ਨ ਦੀ ਕਿ ਉਹ ਕਿਵੇਂ ਕੰਮ ਕਰਦਾ ਹੈ ਆਫਿਸ ਜੋਬ ਇਜ਼ ਐਨ ਆਰਟ ਆਫਿਸ ਜੋਬ ਕੀ ਹੈ ਐਕਚੁਅਲ ਦੇ ਵਿੱਚ ਆਪਣੇ ਕੋਲ ਇੱਕ ਆਰਟ ਹੈ ਇੱਕ ਕਲਾ ਹੈ ਕਿਸ ਚੀਜ਼ ਦੀ ਕਲਾ ਹੈ ਕਿ ਆਪਾਂ ਜੋ ਆਫਿਸ ਦੇ ਵਿੱਚ ਕੰਮ ਹੁੰਦਾ ਹੈ ਜੋ ਆਫਿਸ ਦੇ ਵਿੱਚ ਆਪਾਂ ਫਾਈਲਸ ਮੇਨਟੇਨ ਕਰਨੀਆਂ ਨੇ ਜੋ ਆਫਿਸ ਦੇ ਵਿੱਚ ਆਪਾਂ ਇਨਫੋਰਮੇਸ਼ਨ ਲੈ ਕੇ ਆਏ ਹਾਂ ਉਹ ਸਾਰੀਆਂ ਨੌਲੇਜ ਨੂੰ ਅਤੇ ਉਹ ਇਨਫੋਰਮੇਸ਼ਨਸ ਨੂੰ ਆਪਾਂ ਰਿਕਾਰਡ ਨੂੰ ਕਿੱਦਾਂ ਉਹਦੇ ਵਿੱਚ ਡਾਕੂਮੈਂਟੇਸ਼ਨ ਕਰਨੀ ਹੈ ਕਿਵੇਂ ਉਹਨੂੰ ਸੰਭਾਲ ਕੇ ਰੱਖਣਾ ਹੈ ਕਿਵੇਂ ਉਹਨਾਂ ਨੂੰ ਆਪਾਂ ਡਿਪਾਰਟਮੈਂਟ ਵਾਈਜ਼ ਉਹਨਾਂ ਨੂੰ ਚਿਣ ਕੇ ਰੱਖਣਾ ਤਾਂ ਆਫਿਸ ਇੱਕ ਆਰਟ ਹੈ ਕਿ ਹਰ ਇੱਕ ਚੀਜ਼ ਨੂੰ ਆਪਾਂ ਉਹਦੇ ਵਿੱਚ ਕਿੱਦਾਂ ਪਲੇਸ ਕਰਕੇ ਰੱਖਣਾ ਹੈ ਤਾਂ ਕਿ ਉਹ ਦੇਖਣ ਦੇ ਵਿੱਚ ਓਨਾ ਹੀ ਜ਼ਿਆਦਾ ਆਪਣੇ ਕੋਲੇ ਇਫੈਕਟਿਵ ਲੱਗੇ ਨੈਕਸਟ ਇਹਦੇ ਵਿੱਚ ਬੱਚੇ ਆਪਣੇ ਕੋਲ ਆਉਂਦਾ ਸੈਕਿੰਡ ਪੁਆਇੰਟ ਆਫਿਸ ਫੰਕਸ਼ਨਸ ਇਨਐਵਿਟੇਬਲ ਟੂ ਦਾ ਬਿਜ਼ਨਸ ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਜੋ ਆਫਿਸ ਹੈ ਉਹਦੇ ਜੋ ਫੰਕਸ਼ਨਸ ਨੇ ਉਹਦੇ ਵਿੱਚ ਆਪਣੇ ਕੋਲ ਕੀ ਕੁਛ ਹੈ ਉਹ ਐਜ਼ ਅ ਬਿਜ਼ਨਸ ਕਿ ਜੋ ਆਪਾਂ ਉਹਦੇ ਵਿੱਚ ਟਾਸਕ ਪਰਫੋਰਮ ਕਰ ਰਹੇ ਹਾਂ ਉਹ ਚੇਂਜ ਨਹੀਂ ਹੋਣੇ ਚਾਹੀਦੇ ਚੇਂਜ ਕਿਉਂ ਨਹੀਂ ਹੋਣੇ ਚਾਹੀਦੇ ਕਿਉਂਕਿ ਜੋ ਆਪਾਂ ਕਮਿਟਮੈਂਟ ਕਰਤੀ ਠੀਕ ਹੈ ਤਾਂ ਉਹਦੇ ਵਿੱਚ ਉਹੀ ਚੀਜ਼ ਰਹਿਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਜੋ ਆਪਾਂ ਪਹਿਲਾਂ ਉਹਨਾਂ ਨੂੰ ਕੰਮ ਕਿਹਾ ਸੀ ਉਹਦੇ ਅਕੋਰਡਿੰਗ ਫਿਰ ਆਪਾਂ ਬਾਅਦ ਦੇ ਵਿੱਚ ਚੇਂਜ ਕਰ ਰਹੇ ਹਾਂ ਉਹਦੇ ਵਿੱਚ ਪਲਾਨ ਜੋ ਆਪਣੇ ਕੋਲ ਇਨਫੋਰਮੇਸ਼ਨ ਗੈਦਰ ਹੋਈ ਹੈ ਉਹਦੇ ਅਕੋਰਡਿੰਗ ਹੀ ਉਹਦੇ 'ਤੇ ਆਪਾਂ ਕੋਈ ਵੀ ਐਕਸ਼ਨਸ ਪਰਫੋਰਮ ਕਰਨੇ ਉਹ ਸਾਰੇ ਡਾਟਾ ਨੂੰ ਕਲੈਕਟ ਕਰਕੇ ਆਪਾਂ ਉਹਦੇ ਵਿੱਚ ਉਹਨਾਂ ਨੂੰ ਫੈਸਿਲਿਟੀਜ਼ ਜੋ ਹੈਗੀਆਂ ਨੇ ਪ੍ਰੋਵਾਈਡ ਕਰਵਾਉਣੀਆਂ ਦੈਨ ਹੈ ਆਫਿਸ ਮੈਨੇਜਮੈਂਟ ਇਜ਼ ਅ ਡਿਸਿਪਲਿਨ ਆਫਿਸ ਮੈਨੇਜਮੈਂਟ ਇੱਕ ਡਿਸਿਪਲਿਨ ਵੀ ਹੈ ਆਪਣੇ ਆਪ 'ਚ ਕਿਉਂਕਿ ਆਫਿਸ ਦੇ ਵਿੱਚ ਜਿਹੜਾ ਆਪਾਂ ਵਰਕ ਕਰਦੇ ਹਾਂ ਪ੍ਰੋਪਰਲੀ ਉਹਨੂੰ ਮੇਨਟੇਨ ਕਰਨ ਦੇ ਲਈ ਆਪਾਂ ਨੂੰ ਉੱਥੇ ਡਿਸਿਪਲਿਨ ਹੋਣਾ ਜ਼ਰੂਰੀ ਹੈ ਜੋ ਕਿ ਆਪਣੀ ਨੌਲੇਜ ਨੂੰ ਡਿਫਾਈਨ ਕਰਦਾ ਹੈ ਕਿ ਇਹਨਾਂ ਨੂੰ ਕਿੰਨੀ ਕੁ ਨੌਲੇਜ ਹੈ ਠੀਕ ਹੈ ਦੈਨ ਆਪਣੇ ਕੋਲ ਨੈਕਸਟ ਪੁਆਇੰਟ ਹੈ ਪ੍ਰਾਇਮਰੀ ਪੋਜੀਸ਼ਨ ਇਨ ਅ ਬਿਜ਼ਨਸ ਆਫਿਸ ਜਿਹੜਾ ਹੈ ਆਪਣਾ ਬਿਜ਼ਨਸ ਦਾ ਤਾਂ ਉਹਦਾ ਫਸਟ ਰੋਲ ਹੈ ਆਫਿਸ ਦਾ ਆਪਣੇ ਬਿਜ਼ਨਸ ਨੂੰ
ਅੱਗੇ ਵਧਾਉਣ ਦੇ ਵਿੱਚ, ਕਿਉਂਕਿ ਜੋ ਆਪਣਾ ਆਫਿਸ ਹੈ ਮੇਨ ਉੱਥੋਂ ਆਪਣੇ ਟਾਸਕ ਜਾਂ ਆਪਣੇ ਟਾਰਗੇਟ ਸ਼ੁਰੂ ਹੋਣੇ ਹੈ। ਤਾਂ ਆਫਿਸ ਜਿਵੇਂ ਹੀ ਆਪਣੇ ਉਹ ਟਾਰਗੇਟਸ ਨੂੰ ਕੰਪਲੀਟ ਕਰੂਗਾ, ਜਿਵੇਂ ਜਿਵੇਂ ਉਹਨੇ ਆਪਾਂ ਨੂੰ ਟਾਸਕ ਆਪਣੇ ਬਾਹਰ ਪ੍ਰਾਈਵੇਟ ਜਾਂ ਪਬਲਿਕ ਸੈਕਟਰਸ ਦੇ ਵਿੱਚ ਪਹੁੰਚਾਉਣੇ ਹੈ, ਤਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਰਿਲੇਸ਼ਨਸ, ਉਹਨਾਂ ਦੀ ਗੁੱਡਵਿਲ ਵੀ ਅੱਛੀ ਬਣੂਗੀ। ਅਤੇ ਜੇ ਗੁੱਡਵਿਲ ਅੱਛੀ ਬਣੂਗੀ ਤਾਂ ਓਬਵੀਅਸਲੀ ਆਪਣਾ ਬਿਜ਼ਨਸ ਕੀ ਹੈ, ਜ਼ਿਆਦਾ ਐਡਵਾਂਸਡ ਹੋਏਗਾ ਅਤੇ ਉਹਨਾਂ ਕੋਲ ਆਪਣੀਆਂ ਜ਼ਿਆਦਾ ਡਿਮਾਂਡਸ ਹੋਣਗੀਆਂ। ਇਹ ਸੀਗੇ ਆਪਣੇ ਆਫਿਸ ਦੇ ਨੇਚਰ ਕਿ ਆਫਿਸ ਐਕਚੁਅਲ ਦੇ ਵਿੱਚ ਕਿਵੇਂ ਹੋਣਾ ਚਾਹੀਦਾ ਹੈ ਜਾਂ ਕਿਵੇਂ ਹੁੰਦਾ ਹੈ। ਤਾਂ ਆਫਿਸ ਇੱਕ ਕਲਾ ਹੈ ਜਿੱਥੋਂ ਆਪਣੇ ਕੰਮ ਸ਼ੁਰੂ ਹੋਣ ਦੇ ਤਰੀਕੇ ਪਤਾ ਲੱਗਦੇ ਹੈ ਕਿ ਆਪਾਂ ਉੱਥੇ ਕਿਵੇਂ ਦੇ ਟਾਸਕ ਪਰਫੋਰਮ ਕਰਨੇ ਹੈ, ਉਹਨਾਂ ਨੂੰ ਕਿਵੇਂ ਪ੍ਰੋਪਰਲੀ ਮੈਨੇਜ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਆਪਣੇ ਉਹਦੇ ਵਿੱਚ ਮੇਨਟੇਨਡ ਹੋਣੀਆਂ ਚਾਹੀਦੀਆਂ ਨੇ। ਦੈਨ ਆਫਿਸ ਫੰਕਸ਼ਨ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹੜਾ ਵਾਰ-ਵਾਰ ਚੇਂਜ ਨਾ ਹੋਵੇ, ਜਿਵੇਂ ਆਪਾਂ ਡਿਸਾਈਡ ਕੀਤਾ ਜਾਂ ਜਿਵੇਂ ਆਪਾਂ ਚਾਹੁੰਦੇ ਹਾਂ ਉਹਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ ਹੈ। ਦੈਨ ਆਫਿਸ ਮੈਨੇਜਮੈਂਟ ਕੀ ਇੱਕ ਡਿਸਿਪਲਿਨ ਹੈ, ਕਿਉਂਕਿ ਡਿਸਿਪਲਿਨ ਆਪਣੇ ਆਪ 'ਚ ਡਿਸਿਪਲਿਨ ਹੈ, ਕਿਉਂਕਿ ਆਪਾਂ ਨੂੰ ਉਹਦੇ ਤੋਂ ਹੀ ਪਤਾ ਲੱਗਦਾ ਐਕਚੁਅਲ ਦੇ ਵਿੱਚ ਆਫਿਸ ਦੇ ਵਿੱਚ ਜਾਂ ਇੱਕ ਬਿਜ਼ਨਸ ਦੇ ਵਿੱਚ ਜੋ ਕਸਟਮਰਸ ਨੇ ਜਾਂ ਉਹਨਾਂ ਦੇ ਕਸਟਮਰਸ ਨਾਲ ਰਿਲੇਸ਼ਨਸ ਨੇ ਕਿਵੇਂ ਦੇ ਹੋਣਗੇ। ਕਿਉਂਕਿ ਜੇ ਉਹਨਾਂ ਨੇ ਆਪਣੇ ਅੰਦਰ ਇੰਟਰਨਲ ਸਟਰਕਚਰ ਨੂੰ ਪ੍ਰੋਪਰਲੀ ਮੇਨਟੇਨ ਕਰਕੇ ਰੱਖਿਆ ਹੋਇਆ ਹੈ, ਪ੍ਰੋਪਰਲੀ ਉਹਦੇ ਵਿੱਚ ਡਿਸਿਪਲਿਨ ਵਾਈਜ਼ ਉਹਨਾਂ ਨੂੰ ਰੱਖਿਆ ਹੋਇਆ ਹੈ, ਦੈਨ ਤਾਂ ਹੀ ਉਹ ਕਸਟਮਰਸ ਨਾਲ ਵੀ ਪ੍ਰੋਪਰਲੀ ਡਿਸਿਪਲਿਨਡ ਦੇ ਵਿੱਚ ਹੀ ਰਹਿਣਗੇ। ਦੈਨ ਪ੍ਰਾਇਮਰੀ ਪੋਜੀਸ਼ਨ ਹੈ ਦੀ ਬਿਜ਼ਨਸ ਦੇ ਵਿੱਚ। ਨੈਕਸਟ ਪੁਆਇੰਟ ਇਜ਼ ਆਲਸੋ ਸੇਮ ਆਫ ਦਾ ਫੋਰਥ ਪੁਆਇੰਟ। ਇਹ ਕੀ ਹੈ ਆਪਣੇ ਆਪ 'ਚ ਪ੍ਰਾਇਮਰੀ ਪੋਜੀਸ਼ਨ ਇਹਦੀ ਹੈਗੀ ਹੈ ਇੱਕ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਵਿੱਚ। ਠੀਕ ਹੈ, ਇਹ ਆਪਣੇ ਨੇਚਰ ਆਫ ਆਫਿਸ ਫੰਕਸ਼ਨਸ ਨੇ। ਨੈਕਸਟ ਇਹਦੇ ਅਕੋਰਡਿੰਗ ਹੀ ਆਪਣੇ ਫੰਕਸ਼ਨਸ ਅਲੱਗ-ਅਲੱਗ ਹੋਰ ਆ ਜਾਂਦੇ ਹੈ, ਜਿਹਦੇ ਵਿੱਚ ਆਪਾਂ ਬੇਸਿਕ ਫੰਕਸ਼ਨਸ, ਪ੍ਰਾਇਮਰੀ ਫੰਕਸ਼ਨਸ ਕਹਿ ਦਿੰਦੇ ਜਿਨ੍ਹਾਂ ਨੂੰ, ਅਤੇ ਸੈਕੰਡਰੀ ਫੰਕਸ਼ਨਸ ਨੇ। ਫਿਰ ਉਹ ਬੇਸਿਕ ਫੰਕਸ਼ਨਸ ਅਤੇ ਸੈਕੰਡਰੀ ਫੰਕਸ਼ਨਸ ਦੇ ਅਕੋਰਡਿੰਗ ਆਪਣੇ ਅੱਗੇ ਨੈਕਸਟ ਹੋਰ ਇਹਦੇ ਵਿੱਚ ਆਉਂਦੇ ਹੈ ਜੋ ਫੰਕਸ਼ਨਸ ਐਡਮਿਨਿਸਟ੍ਰੇਟਿਵ ਫੰਕਸ਼ਨਸ ਨੇ ਅਤੇ ਸਬਸਿਡਰੀ ਫੰਕਸ਼ਨਸ ਨੇ। ਫਸਟਲੀ ਆਪਣੇ ਕੋਲ ਬੇਸਿਕ ਫੰਕਸ਼ਨਸ ਨੇ। ਬੇਸਿਕ ਫੰਕਸ਼ਨ ਦੇ ਵਿੱਚ ਕੀ ਆਉਂਦਾ ਹੈ, ਕਲੈਕਟਿੰਗ ਐਂਡ ਰਿਸੀਵਿੰਗ ਇਨਫੋਰਮੇਸ਼ਨ। ਬੇਸਿਕ ਫੰਕਸ਼ਨ ਜੋ ਆਪਾਂ ਫਸਟਲੀ ਕੋਈ ਵੀ ਟਾਸਕ ਨੂੰ ਜਾਂ ਕਿਸੇ ਵੀ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ, ਆਪਣੇ ਆਫਿਸ ਦੇ ਜੋ ਕੰਮ ਨੇ ਉਹਨਾਂ ਨੂੰ ਅੱਗੇ ਪਰਫੋਰਮ ਕਰਨ ਲਈ ਆਪਾਂ ਨੂੰ ਪਹਿਲਾਂ ਪ੍ਰਾਇਮਰੀ ਇਨਫੋਰਮੇਸ਼ਨਸ ਕੀ ਚਾਹੀਦੀਆਂ ਨੇ ਜਾਂ ਆਪਣੇ ਪ੍ਰਾਇਮਰੀ ਫੰਕਸ਼ਨਸ ਕੀ ਬਣਦੇ ਨੇ ਜੋ ਆਪਾਂ ਨੂੰ ਪਰਫੋਰਮ ਕਰਨੇ ਪੈਣੇ ਨੇ ਅਤੇ ਕਰਨੇ ਜ਼ਰੂਰੀ ਨੇ, ਤਾਂ ਜੋ ਆਪਣਾ ਨੈਕਸਟ ਜੋ ਵੀ ਟਾਰਗੇਟ ਹੋਊਗਾ ਉਹ ਆਪਾਂ ਫੁਲਫਿਲ ਕਰ ਸਕੀਏ। ਤਾਂ ਆਪਣੇ ਇਹਦੇ ਵਿੱਚ ਆਉਂਦਾ ਹੈ ਕਲੈਕਸ਼ਨ ਐਂਡ ਰਿਸੀਵਿੰਗ ਇਨਫੋਰਮੇਸ਼ਨ, ਕਿ ਜੋ ਇਨਫੋਰਮੇਸ਼ਨ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਕਿਸੇ ਵੀ ਪ੍ਰੋਜੈਕਟ ਨੂੰ ਕੰਪਲੀਟ ਕਰਨ ਲਈ, ਤਾਂ ਉਸ ਨੂੰ ਕਲੈਕਟ ਕਰਨਾ, ਉਹਨੂੰ ਰਿਸੀਵ ਕਰਨਾ ਕਿਹਨਾਂ ਤੋਂ, ਜਿਹੜੇ ਯੂਜ਼ਰ ਨੇ ਉਸ ਪ੍ਰੋਜੈਕਟ ਲਈ ਡਿਮਾਂਡ ਕੀਤੀ ਹੈ। ਜੋ ਆਪਣੀ ਮਾਰਕੀਟ ਦੇ ਵਿੱਚ ਮੰਨ ਲਓ ਸਪੋਜ਼ ਕੋਈ ਵੀ ਚੀਜ਼ ਆਉਂਦੀ ਹੈ ਤਾਂ ਆਪਾਂ ਉਹਨੂੰ ਦੇਖ ਕੇ ਕਹਿੰਦੇ ਹਾਂ ਜਾਂ ਉਹਨੂੰ ਯੂਜ਼ ਕਰਨ ਤੋਂ ਬਾਅਦ ਕਹਿੰਦੇ ਹਾਂ ਕਿ ਅਗਰ ਇਹਦੇ ਵਿੱਚ ਇਹ ਫੀਚਰ ਵੀ ਹੁੰਦਾ ਦੈਨ ਆਪਣੇ ਲਈ ਵਧੀਆ ਸੀ। ਤਾਂ ਇਹ ਕੀ ਨੇ, ਕੁਝ ਇਨਫੋਰਮੇਸ਼ਨਸ ਨੇ। ਇਹੀ ਇਨਫੋਰਮੇਸ਼ਨਸ ਨੂੰ ਕਲੈਕਟ ਕਰਨਾ, ਤਾਂ ਇਹ ਇਨਫੋਰਮੇਸ਼ਨਸ ਨੂੰ ਜਦੋਂ ਆਪਾਂ ਕਲੈਕਟ ਕਰਾਂਗੇ ਦੈਨ ਤਾਂ ਹੀ ਆਪਾਂ ਆਪਣੇ ਟਾਰਗੇਟ ਨੂੰ ਕੰਪਲੀਟ ਕਰ ਸਕਦੇ ਹਾਂ। ਨੈਕਸਟ ਆਪਣੇ ਇਹਦੇ ਵਿੱਚ ਪੁਆਇੰਟ ਆਉਂਦਾ ਹੈ ਰਿਕਾਰਡਿੰਗ ਇਨਫੋਰਮੇਸ਼ਨ, ਕਿ ਜੋ ਆਪਾਂ ਕਲੈਕਟ ਕੀਤੀ ਹੈ, ਰਿਸੀਵ ਕੀਤੀ ਹੈ ਇਨਫੋਰਮੇਸ਼ਨ, ਉਹਨਾਂ ਨੂੰ ਰਿਕਾਰਡ ਕਰਕੇ ਰੱਖਣਾ। ਉਹਨਾਂ ਨੂੰ ਆਪਾਂ ਰਿਕਾਰਡ ਕਿੱਦਾਂ ਕਰ ਸਕਦੇ ਹਾਂ, ਪੇਪਰਸ 'ਤੇ, ਟੇਪਸ 'ਤੇ ਜਾਂ ਡਿਸਕ ਫਾਈਲਸ, ਉਹਨਾਂ ਨੂੰ ਪ੍ਰੋਪਰਲੀ ਉਹਨਾਂ ਦੇ ਵਿੱਚ ਆਪਾਂ ਟਾਈ ਅਪ ਕਰਕੇ ਪ੍ਰੋਪਰਲੀ ਮੈਨੇਜ ਕਰਕੇ ਰੱਖਣਾ, ਕਿ ਜੋ ਇਨਫੋਰਮੇਸ਼ਨ ਆਪਾਂ ਨੂੰ ਜਿਹੜੇ ਟਾਸਕ ਲਈ ਮਿਲੀ ਹੈ ਕਿ ਇਹ ਪ੍ਰੋਜੈਕਟ ਲਈ ਆਪਾਂ ਨੂੰ ਇਹ ਇਨਫੋਰਮੇਸ਼ਨ ਜ਼ਰੂਰੀ ਹੈ, ਜੋ ਆਪਣਾ ਇਹ ਪ੍ਰੋਜੈਕਟ ਹੈ ਤਾਂ ਆਪਣੇ ਲਈ ਇਹ ਇਨਫੋਰਮੇਸ਼ਨ ਜ਼ਰੂਰੀ ਹੈ, ਤਾਂ ਉਹ ਸਾਰੀਆਂ ਪ੍ਰੋਜੈਕਟ ਵਾਈਜ਼ ਆਪਾਂ ਉਸ ਇਨਫੋਰਮੇਸ਼ਨਸ ਨੂੰ ਅਲੱਗ-ਅਲੱਗ ਮੇਨਟੇਨ ਕਰਕੇ ਰੱਖਣਾ, ਰਿਕਾਰਡ ਕਰਨਾ। ਦੈਨ ਪ੍ਰੀਜ਼ਰਵਿੰਗ ਦਾ ਰਿਕਾਰਡ। ਪ੍ਰੀਜ਼ਰਵਿੰਗ ਰਿਕਾਰਡ ਕੀ ਹੈ ਕਿ ਆਪਾਂ ਰਿਕਾਰਡ ਨੂੰ, ਰਿਟਨ ਇਨਫੋਰਮੇਸ਼ਨ ਜੋ ਆਪਣੀ ਹੈ ਉਹਨਾਂ ਨੂੰ ਪ੍ਰੀਜ਼ਰਵ ਕਰਨਾ, ਕਿਹਦੇ 'ਤੇ, ਇਲੈਕਟ੍ਰੋਨਿਕਲੀ ਜਾਂ ਫਿਰ ਆਪਾਂ ਪੇਪਰਸ ਦੇ ਉੱਪਰ ਮੈਨੂਅਲੀ। ਜਿਵੇਂ ਇਹਨਾਂ ਨੇ ਕਿਹਾ ਰਿਟਨ ਇਨਫੋਰਮੇਸ਼ਨ ਇਜ਼ ਪ੍ਰੀਜ਼ਰਵਡ ਔਨ ਪੇਪਰਸ ਔਰ ਇਲੈਕਟ੍ਰੋਨਿਕਲੀ ਫॉर ਫਿਊਚਰ ਰੈਫਰੈਂਸ। ਫਿਊਚਰ ਦੇ ਲਈ ਜੋ ਆਪਾਂ ਨੂੰ ਉਹਦੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣਾ, ਉਹਨਾਂ ਨੂੰ ਸਟੋਰ ਕਰਕੇ ਰੱਖਣਾ, ਤਾਂ ਕਿ ਜੋ ਕਿ ਆਪਣੀਆਂ ਮਿਸਪਲੇਸ ਨਾ ਹੋਣ। ਦੈਨ ਹੈ ਪ੍ਰੋਸੈਸਿੰਗ ਆਫ ਇਨਫੋਰਮੇਸ਼ਨ 'ਤੇ ਪ੍ਰੋਸੈਸਿੰਗ ਕਰਨਾ, ਕਿ ਜੋ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਅਕੋਰਡਿੰਗ ਆਪਾਂ ਕਿਵੇਂ ਉਹਨਾਂ 'ਤੇ ਟਾਸਕ ਪਰਫੋਰਮ ਕਰਨੇ ਹੈ ਅਤੇ ਕਿਹੜੇ ਟਾਈਮ ਪੀਰੀਅਡ ਦੇ ਅੰਦਰ ਆਪਾਂ ਨੇ ਉਹਨਾਂ ਨੂੰ ਪਰਫੋਰਮ ਕਰਵਾਉਣਾ ਹੈ, ਤਾਂ ਕਿ ਜਦੋਂ ਆਪਾਂ ਉਹਨਾਂ ਨੂੰ ਲਾਂਚ ਕਰੀਏ ਤਾਂ ਉਹ ਜਿਹੜੀਆਂ ਸਾਰੀਆਂ ਰਿਕੁਆਇਰਮੈਂਟਸ ਨੇ ਜਾਂ ਉਹਨਾਂ ਦੇ ਜੋ ਵੀ ਉਹਨਾਂ ਦੀਆਂ ਫੁਲਫਿਲਮੈਂਟਸ ਨੇ ਤਾਂ ਆਪਾਂ ਪ੍ਰੋਪਰ ਐਟ ਅ ਟਾਈਮ ਉਹਨਾਂ ਨੂੰ ਲਾਂਚ ਕਰ ਸਕੀਏ।
देखिए उन्होंने किया रिकॉर्डेड इन्फॉर्मेशन इज़ दैन प्रोसैस, जो आप रिकॉर्ड की इन्फॉर्मेशन तो प्रोसैसिंग होंगी है। प्रोसैसिंग एंड एनालिसिस इज़ डन सो एज टू प्रेजेंट द इन्फॉर्मेशन फॉर यूज़। प्रोसैसिंग तो एनालाइसिस की अपना ये डन इज़ डन ਇਹਦੇ ਤੇ ਹੋਣੀ ਚਾਹੀਦੀ ਹੈ ਪ੍ਰੋਸੈਸਿੰਗ ਦੇ ਡਿਊਰਿੰਗ ਸੋ ਐਜ਼ ਟੂ ਪ੍ਰੈਜ਼ੈਂਟ ਦਾ ਇਨਫੋਰਮੇਸ਼ਨ ਫॉर ਯੂਜ਼, ਤਾਂ ਕਿ ਆਪਾਂ ਉਹਨੂੰ ਯੂਜ਼ ਦੇ ਲਈ ਪ੍ਰੈਜ਼ੈਂਟ ਕਰ ਸਕੀਏ। ਦੈਨ ਇਹਨਾਂ ਨੇ ਕਿਹਾ ਯੂਜ਼ਲੈਸ ਔਰ ਅਨਇੰਪੋਰਟੈਂਟ ਇਨਫੋਰਮੇਸ਼ਨ ਇਜ਼ ਡਿਲੀਟਡ ਔਰ ਐਲੀਮੀਨੇਟਡ, ਤਾਂ ਕਿ ਉਹਦੇ ਵਿੱਚੋਂ ਜਿਹੜੀ ਆਪਣੇ ਲਈ ਨੈਸੈਸਰੀ ਨਹੀਂ ਹੈਗੀ ਇਨਫੋਰਮੇਸ਼ਨ ਤਾਂ ਆਪਾਂ ਉਹਨੂੰ ਐਲੀਮੀਨੇਟ ਉਹਦੇ ਵਿੱਚੋਂ ਕਰ ਦਿੰਦੇ ਹਾਂ। ਦੈਨ ਇਹ ਸਾਰੀਆਂ ਚੀਜ਼ਾਂ ਨੇ ਜੋ ਆਪਣੀਆਂ ਇਹਦੇ ਵਿੱਚ ਦੱਸੀਆਂ ਹੋਈਆਂ ਕਿ ਐਕਚੁਅਲ ਦੇ ਵਿੱਚ ਆਪਣਾ ਜੋ ਫੰਕਸ਼ਨਸ ਨੇ ਮੇਨਲੀ ਬੇਸਿਕ ਫੰਕਸ਼ਨਸ ਨੇ ਉਹ ਕਿੱਦਾਂ ਦੇ ਹੋਣੇ ਚਾਹੀਦੇ ਨੇ ਅਤੇ ਬੇਸਿਕ ਆਪਣੇ ਉਹਦੇ ਅਕੋਰਡਿੰਗ ਟਾਸਕ ਵੀ ਉਹਨਾਂ 'ਤੇ ਪਰਫੋਰਮ ਹੋਣੇ ਚਾਹੀਦੇ ਨੇ। ਨੈਕਸਟ ਆਪਣਾ ਪੁਆਇੰਟ ਹੈ ਬੱਚੇ ਅਰੇਂਜਿੰਗ ਦਾ ਇਨਫੋਰਮੇਸ਼ਨ, ਕਿ ਇਨਫੋਰਮੇਸ਼ਨ ਜੋ ਆਪਾਂ ਨੂੰ ਮਿਲੀ ਹੈ ਉਹਦੀ ਪ੍ਰੋਸੈਸਿੰਗ ਤੋਂ ਬਾਅਦ ਜੋ ਆਪਾਂ ਨੇ ਉਹਦੇ ਵਿੱਚੋਂ ਅਰੇਂਜਿੰਗ ਮਤਲਬ ਉਹਨਾਂ ਨੂੰ ਕਾਂਟ ਛਾਂਟ ਕਰਨੀ। ਠੀਕ ਹੈ, ਕਾਂਟ ਛਾਂਟ ਆਪਣੇ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਜੋ ਉਹਦੇ ਵਿੱਚੋਂ ਨਹੀਂ ਚਾਹੀਦਾ ਉਹਨਾਂ ਨੂੰ ਕੱਟ ਦਿੰਦੇ ਹਾਂ। ਠੀਕ ਹੈ, ਆਪਾਂ ਉਹਦੇ ਵਿੱਚੋਂ ਜੋ ਰਿਕੁਆਇਰਮੈਂਟਸ ਨੇ ਆਪਣੀਆਂ ਜੋ ਜ਼ਰੂਰੀ ਨੇ ਤਾਂ ਉਹਨਾਂ ਨੂੰ ਆਪਾਂ ਆਪਣੇ ਕੋਲ ਸੰਭਾਲ ਕੇ ਰਿਕਾਰਡ ਦੇ ਵਿੱਚ ਮੇਨਟੇਨ ਕਰ ਲੈਂਦੇ ਹਾਂ। ਦੈਨ ਅਰੇਂਜਿੰਗ ਦਾ ਇਨਫੋਰਮੇਸ਼ਨ ਨੂੰ ਅਰੇਂਜ ਕਰਕੇ ਰੱਖਣਾ। ਇਹਨਾਂ ਨੇ ਕਿਹਾ ਸੱਚ ਇਨਫੋਰਮੇਸ਼ਨ ਇਜ਼ ਅਰੇਂਜਡ ਇਨ ਅ ਲੌਜੀਕਲ ਵੇ ਐਂਡ ਇਨ ਦ ਫॉर्म ਐਜ਼ ਰਿਕੁਆਇਰਡ ਬਾਈ ਲਾਅ ਔਰ ਐਜ਼ ਟੂ ਫੈਸਿਲਿਟੇਟ ਇਟਸ ਯੂਜ਼। ਜਿਹੜੀ ਕਿ ਆਪਾਂ ਨੂੰ ਯੂਜ਼ ਹੋਣ ਵਾਲੀ ਇਨਫੋਰਮੇਸ਼ਨ ਹੈ ਉਹਨਾਂ ਨੂੰ ਪ੍ਰੋਪਰਲੀ ਅਰੇਂਜ ਕਰਕੇ ਰੱਖਣਾ, ਤਾਂ ਕਿ ਜਦੋਂ ਵੀ ਆਪਾਂ ਨੂੰ ਅਤੇ ਜਿਹੜੇ ਵੀ ਡਿਪਾਰਟਮੈਂਟ ਨੂੰ ਉਹਦੀ ਲੋੜ ਹੈ ਤਾਂ ਉਹ ਉਹਨਾਂ ਨੂੰ ਉੱਥੋਂ ਲੈ ਸਕੇ, ਉਹਨਾਂ ਦਾ ਯੂਜ਼ ਪ੍ਰੋਪਰਲੀ ਕਰ ਸਕੇ। ਫॉर इंस्टांस अकाउंट्स ऑफ एक्सपेंसिस एंड इनकम आर अरेंज्ड इन द फॉर्म ऑफ फाइनेंशियल स्टेटमेंट्स। तो देखो उन्होंने आप अलग अलग फाइल्स ਨੂੰ ਨਾਮ ਦੇਤਾ ਜਿਹੜੀਆਂ ਕੋਈ ਆਪਣੇ ਲਾਅ ਦੇ ਲਈ ਫਾਈਨਾਂਸ ਦੇ ਲਈ ਜਿਹੜੀਆਂ ਅਲੱਗ-ਅਲੱਗ ਇਨਫੋਰਮੇਸ਼ਨਸ ਨੇ ਤਾਂ ਆਪਾਂ ਉਹਨਾਂ ਨੂੰ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਤੌਰ 'ਤੇ ਅਲੱਗ ਆਪਾਂ ਕਹਦੇ ਇੱਕ ਮੇਨਟੇਨ ਕਰਦੇ ਹਾਂ ਐਜ਼ ਇਟ ਐਕਸੈਪਟੇਬਲ ਟੂ ਇਨਕਮ ਟੈਕਸ ਡਿਪਾਰਟਮੈਂਟ ਔਰ ਐਜ਼ ਰਿਕੁਆਇਰਡ ਐਨੀ ਅਦਰ डिपार्टमेंट्स। मतलब जो ਆਪਾਂ ਇਹਦੇ ਅਕੋਰਡਿੰਗ ਚਾਹੀਦੀਆਂ ਨੇ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਨੂੰ ਵੀ ਮੇਨਟੇਨ ਕਰੀਏ ਤਾਂ ਕਿ ਜੋ ਜਿਵੇਂ ਆਪਾਂ ਲੋੜ ਪਏ ਜਾਂ ਜਿਹੜੇ ਡਿਪਾਰਟਮੈਂਟ ਨੂੰ ਉਹਦੀ ਜ਼ਰੂਰਤ ਹੋਏ ਤਾਂ ਉਹ ਉੱਥੋਂ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਲੈ ਸਕੇ। ਨੈਕਸਟ ਬੱਚੇ ਇਹਦੇ ਵਿੱਚ ਆਪਣੇ ਕੋਲ ਆਉਂਦਾ ਦੇਖੋ ਇਹਨਾਂ ਨੇ ਪੁਆਇੰਟਸ ਦੱਸੇ ਹੋਏ ਆ ਇਨਫੋਰਮੇਸ਼ਨ ਦੇ ਅਕੋਰਡਿੰਗ ਕਿ ਜੋ ਆਪਣੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੇ ਰਿਸੀਵਿੰਗ, ਫਿਰ ਰਿਕਾਰਡਿੰਗ, ਫਿਰ ਪ੍ਰੀਜ਼ਰਵਿੰਗ, ਪ੍ਰੋਸੈਸਿੰਗ, ਅਰੇਂਜਿੰਗ, ਸਪਲਾਈਂਗ ਐਂਡ ਪ੍ਰੀਜ਼ੈਂਟਿੰਗ। ਨੈਕਸਟ ਆਪਣੇ ਕੋਲ ਆਉਂਦੀ ਹੈ ਸਪਲਾਈਂਗ ਦੇ ਵਿੱਚ ਮਤਲਬ ਕਿ ਇਨਫੋਰਮੇਸ਼ਨ ਫॉर ਯੂਜ਼, ਇਨਫੋਰਮੇਸ਼ਨ ਜੋ ਆਪਾਂ ਕਾਂਟ ਛਾਂਟ ਕਰਨ ਤੋਂ ਬਾਅਦ ਉਹਦੀ ਅਰੇਂਜਮੈਂਟ ਕਰ ਲਈ। ਅਰੇਂਜਮੈਂਟ ਕਿਵੇਂ ਕਿ ਉਹਨਾਂ ਨੂੰ ਪ੍ਰੋਪਰਲੀ ਆਪਾਂ ਫਾਈਲਸ ਦੇ ਵਿੱਚ ਮੇਨਟੇਨ ਕਰ ਲਿਆ, ਦੈਨ ਉਹਨਾਂ ਨੂੰ ਸਪਲਾਈ ਕਰਨਾ ਤਾਂ ਕਿ ਜਦੋਂ ਹੁਣ ਦੇਖੋ ਇਨਕਮ ਟੈਕਸ ਡਿਪਾਰਟਮੈਂਟ ਹੈ ਜਾਂ ਆਪਣਾ ਜੋ ਵੀ ਫਾਈਨਾਂਸ ਡਿਪਾਰਟਮੈਂਟ ਹੈ ਤਾਂ ਜੇ ਉਹਨਾਂ ਨੂੰ ਲੋੜ ਹੈ ਉਹਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਉਹ ਫਾਈਲਸ ਦੀ ਸਪਲੀਮੈਂਟ ਕਰਵਾਉਣਾ, ਉਹਨਾਂ ਨੂੰ ਸਪਲਾਈ ਕਰਵਾਉਣਾ। ਦੈਨ ਇਹਦੇ ਵਿੱਚ ਆਪਣੇ ਕੋਲ ਆਉਂਦਾ ਹੈ ਪ੍ਰੈਪਰੇਸ਼ਨ ਐਂਡ ਪ੍ਰੈਜੈਂਟੇਸ਼ਨ ਆਫ ਅਕਾਊਂਟਸ। ਤਾਂ ਪ੍ਰੈਜੈਂਟਿੰਗ ਕਰਨਾ ਜੋ ਆਪਣੇ ਅਕਾਊਂਟਸ ਦੀ ਸੀ ਫਾਈਲਸ ਨੂੰ ਉਹਨਾਂ ਨੂੰ ਪ੍ਰੀਪੇਅਰ ਕਰਕੇ ਪ੍ਰੋਪਰਲੀ ਉਹਨਾਂ ਨੂੰ ਪ੍ਰੈਜੈਂਟ ਕਰਨਾ ਕਿ ਇਹ ਚੀਜ਼ਾਂ ਦੇ ਵਿੱਚ ਆਪਣੀਆਂ ਇਹ ਸਾਰੀਆਂ ਚੀਜ਼ਾਂ ਨੇ ਕਿ ਕੀ ਹੈ। ਦੇਖੋ ਜਿਵੇਂ ਸੇਲਿੰਗ ਕੀ ਹੈ ਆਪਣੀ, ਕਿੰਨੀ ਉਹਦੇ ਵਿੱਚ ਪਰਚੇਜ਼ਿੰਗ ਹੋਈ ਹੈ, ਕਿੰਨੀ ਕੁ ਸੇਲਿੰਗ ਹੋਈ ਹੈ ਅਤੇ ਕਿੰਨੀ ਕੁ ਆਪਾਂ ਨੂੰ ਉਹਦੇ ਵਿੱਚੋਂ ਬੈਨੀਫਿਟ ਹੋਇਆ, ਕਿੰਨਾ ਉਹਦਾ ਲੋਸ ਹੋਇਆ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰੋਪਰਲੀ ਇੱਕ ਉਹਦੇ ਵਿੱਚੋਂ ਪ੍ਰੈਜੈਂਟ ਕਰਨਾ ਅਤੇ ਪ੍ਰੀਪੇਅਰ ਕਰਨਾ। ਦੈਨ ਇਹ ਕੀ ਹੈ ਆਪਣੇ ਕੋਲ ਦੇਖੋ ਇਹ ਟੋਟਲੀ ਇਹਦੇ ਅਕੋਰਡਿੰਗ ਅਗਰ ਆਪਾਂ ਦੇਖੀਏ ਕਿ ਬੇਸਿਕ ਫੰਕਸ਼ਨਸ ਤੋਂ ਜੋ ਆਪਣਾ ਰਿਜ਼ਲਟ ਨਿਕਲਦਾ ਤਾਂ ਉਹ ਕੀ ਹੈ। ਇਟ ਇਨਕਲੂਡਸ ਵੈਲਿਊਜ਼ ਆਫ ਟੋਟਲ ਪ੍ਰੋਪਰਟੀ। ਤਾਂ ਆਪਣੇ ਕੋਲ ਇਹ ਵੈਲਿਊਜ਼ ਪਤਾ ਲੱਗਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਦੇ ਅੰਡਰ ਰਿਕਾਰਡ ਹੈ ਤਾਂ ਟੋਟਲ ਪ੍ਰੋਪਰਟੀ ਦਾ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਇੱਕ ਰਿਕਾਰਡ ਪਤਾ ਚੱਲਦਾ ਹੈ। ਦੈਨ ਅਮਾਊਂਟ ਪਰਟੇਨਿੰਗ ਟੂ ਡੈਪਟਰਸ, ਜੋ ਆਪਣੀ ਡੈਪਟਰਸ ਨੂੰ ਜਾਂ ਕ੍ਰੈਡੀਟਰਸ ਨੂੰ ਜੋ ਅਮਾਊਂਟ ਹੈ ਆਪਾਂ ਤਾਂ ਉਹ ਅਲੱਗ-ਅਲੱਗ ਤੋਂ ਪਤਾ ਲੱਗਦੀ ਹੈ ਕਿ ਕ੍ਰੈਡਿਟ ਇੰਨੀ ਹੋਈ ਹੈ, ਡੈਬਿਟ ਇੰਨੀ ਹੋਈ ਹੈ। ਪ੍ਰੋਫਿਟ अर्नड इन अ ईयर ਤੇ ਪ੍ਰੋਫਿਟ ਕਿੰਨਾ ਹੋਇਆ ਸਾਲ ਭਰ ਦੇ ਵਿੱਚ। ਟੋਟਲ ਸੇਲਿੰਗ ਤੇ ਪਰਚੇਜ਼ਿੰਗ ਕੀ ਹੋਈ ਹੈ ਆਪਣੇ ਕੋਲ। ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਮੇਨਟੇਨ ਕਰਦੇ ਹਾਂ ਲਾਸਟ 'ਤੇ ਜੋ ਆਪਾਂ ਨੂੰ ਪਤਾ ਚੱਲਦੀਆਂ ਤਾਂ ਕਿ ਆਪਣੇ ਤੋਂ ਕਿ ਆਪਾਂ ਨੈਕਸਟ ਇਨਵੈਸਟਮੈਂਟ ਜੋ ਕਰੀਏ ਕਿੱਦਾਂ ਦੀਆਂ ਹੋਣਗੀਆਂ ਅਤੇ ਆਪਾਂ ਨੂੰ ਕਿਵੇਂ ਉਹਨਾਂ ਨੂੰ ਪ੍ਰੋਪਰਲੀ ਮੈਨੇਜ ਕਰਨਾ। ਦੈਨ ਨੈਕਸਟ ਆਪਣੇ ਆਉਂਦੇ ਬੱਚੇ ਸੈਕੰਡਰੀ ਫੰਕਸ਼ਨਸ। ਬੇਸਿਕ ਫੰਕਸ਼ਨਸ ਜੋ ਆਪਾਂ ਨੂੰ ਪ੍ਰਾਇਮਰੀ ਸਟੇਜ 'ਤੇ ਉਹਨਾਂ ਦੀ ਲੋੜ ਹੈ। ਦੈਨ ਸੈਕੰਡਰੀ ਫੰਕਸ਼ਨਸ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਇਨਵੈਸਟਮੈਂਟ ਕਰਨ ਤੋਂ ਬਾਅਦ ਇਹਨਾਂ 'ਤੇ
ਨੈਕਸਟ ਆਪਾਂ ਨੂੰ ਕੀ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ। ਇਹਦੇ ਅੰਡਰ ਆਪਣੇ ਕੋਲ ਆਉਂਦੇ ਆ ਐਡਮਿਨਿਸਟ੍ਰੇਟਿਵ ਫੰਕਸ਼ਨਸ। ਐਡਮਿਨਿਸਟ੍ਰੇਟਿਵ ਫੰਕਸ਼ਨਸ ਕੀ ਨੇ, ਜੋ ਐਡਮਿਨਿਸਟ੍ਰੇਟਿਵ ਆਫਿਸਿਸ ਹੁੰਦੇ ਨੇ, ਦੈਨ ਉਹਦੇ ਅਕੋਰਡਿੰਗ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ, ਮਤਲਬ ਜੋ ਪ੍ਰੋਫੈਸ਼ਨਲ ਲੈਵਲਸ ਦੇ ਫਿਰ ਆਪਣੇ ਇਹਦੇ ਵਿੱਚ ਡਿਮਾਂਡਸ ਸ਼ੁਰੂ ਹੋ ਜਾਂਦੀਆਂ ਨੇ, ਤਾਂ ਉਹਦੇ ਅਕੋਰਡਿੰਗ ਆਪਾਂ ਕਿਹੜੇ ਟਾਸਕ ਜਾਂ ਕਿਹੜੇ ਫੰਕਸ਼ਨਸ ਆਪਾਂ ਪਰਫੋਰਮ ਕਰਵਾਉਣੇ ਆ। ਫਸਟ ਆਪਣੀ ਪਲੈਨਿੰਗ ਆਉਂਦੀ ਆ। ਹੁਣ ਆਪਾਂ ਬੇਸਿਕ ਫੰਕਸ਼ਨਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਲਾਨ ਕਰਾਂਗੇ ਕਿ ਆਪਾਂ ਨੇ ਕੀ ਕੰਮ ਕਿਵੇਂ ਉਹਨਾਂ ਨੂੰ ਇੰਪਰੂਵ ਕਰਨੇ ਨੇ, ਜੋ ਆਪਣੇ ਇਹਦੇ ਵਿੱਚੋਂ ਨਹੀਂ ਪੂਰੇ ਹੋ ਸਕੇ। ਤਾਂ ਆਪਾਂ ਨੈਕਸਟ ਆਪਾਂ ਜੋ ਵੀ ਇਨਵੈਸਟਮੈਂਟ ਕਰੀਏ ਤਾਂ ਉਹਦੇ ਵਿੱਚ ਆਪਣੀਆਂ ਚੀਜ਼ਾਂ ਕੀ ਹੋਣੀਆਂ ਚਾਹੀਦੀਆਂ ਨੇ, ਜੋ ਪਿੱਛੇ ਆਪਣੀਆਂ ਡਰੋਬੈਕਸ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਨੈਕਸਟ ਟਾਈਮ ਕਿਵੇਂ ਇੰਪਰੂਵ ਕਰ ਸਕਦੇ ਹਾਂ। ਇਹ ਆਪਣੀ ਪਲੈਨਿੰਗ ਹੋਏਗੀ। ਤਾਂ ਪਲੈਨਿੰਗ ਦੇ ਅੰਡਰ ਆਪਣਾ ਇਹ ਵੀ ਹੋਏਗਾ ਕਿ ਮੈਨੇ ਜੋ ਪਰਸਨਸ ਦੀ ਕਮੀ ਮੇਰੇ ਕੋਲ ਪਹਿਲਾਂ ਰਹੀ ਸੀ, ਜਾਂ ਮੇਰੇ ਕੋਲ ਜੋ ਸਟਾਫ ਘੱਟ ਸੀ, ਜਾਂ ਮੇਰੇ ਕੋਲ ਐਮਪਲੋਈਜ਼ ਘੱਟ ਸੀ, ਤਾਂ ਮੈਨੇ ਹੁਣ ਉਹਨਾਂ ਦੀ ਪਲੈਨਿੰਗ ਕਰਨੀ ਹੈ ਤਾਂ ਕਿ ਮੈਂ ਜ਼ਿਆਦਾ ਵਰਕਰਸ ਵੀ ਨਾ ਹੋਣ, ਪਰ ਇਹ ਵੀ ਨਾ ਹੋਵੇ ਕਿ ਮੇਰੇ ਕੋਲ ਡਿਪਾਰਟਮੈਂਟਸ ਦੇ ਵਿੱਚ ਆਪਣੇ ਕੋਲ ਵਰਕਰਸ ਦੀ ਕਮੀ ਰਹੇ, ਤਾਂ ਕਿ ਮੇਰਾ ਟਾਸਕ ਹੈ ਜੋ ਮੈਂ ਪ੍ਰੋਡਕਟ ਲਾਂਚ ਕਰਨ ਜਾ ਰਿਹਾ ਵੀ ਉਹ ਮੇਰਾ ਟਾਈਮ ਤੋਂ ਜ਼ਿਆਦਾ ਨਾ ਲੈ ਲੇ। ਦੈਨ ਆਪਣੇ ਕੋਲ ਆਰਗੇਨਾਈਜ਼ਿੰਗ। ਨੈਕਸਟ ਆਪਣੀ ਆਰਗੇਨਾਈਜ਼ਿੰਗ ਚੀਜ਼ ਹੈ ਕਿ ਆਪਾਂ ਆਰਗੇਨਾਈਜ਼ ਕਿਵੇਂ ਕਰਨਾ ਹੈ ਜੋ ਆਪਾਂ ਪਲੈਨਿੰਗ ਕੀਤੀ ਹੈ। ਦੇਖੋ ਪਲੈਨਿੰਗ ਦੇ ਵਿੱਚ ਇਹਨਾਂ ਨੇ ਕਿਹਾ ਹੈ ਆਪ ਸਟੈਪਸ ਨੇ ਇਹਦੇ ਵਿੱਚ ਕਿ ਕੀ ਕੁਝ ਕਰਾਂਗੇ। ਡਿਟਰਮਿਨ ਦਾ ਆਬਜੈਕਟਿਵ ਕੀ ਨੇ, ਕਿ ਮੈਨੇ ਕੀ ਆਪਣੇ ਪ੍ਰੋਡਕਟ ਦੇ ਵਿੱਚ ਆਪਣਾ ਗੋਲਸ ਕੀ ਨੇ, ਕਿ ਮੈਨੇ ਕਿੱਥੇ ਤੱਕ ਇਹਨੂੰ ਪਹੁੰਚਾਉਣਾ ਹੈ, ਆਪਣਾ ਕਿੱਦਾਂ ਦਾ ਪ੍ਰੋਡਕਟ ਹੈ ਜੋ ਮੈਨੇ ਲਾਂਚ ਕਰਵਾਉਣਾ ਹੈ। ਦੈਨ ਫੋਰਕਾਸਟ ਕਰਾਂਗੇ ਆਪਾਂ, ਜੋ ਆਪਣੇ EMPLOYEES ਨੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਕਿ ਇਹ ਚੀਜ਼ਾਂ ਇਹਦੇ ਵਿੱਚ ਚਾਹੀਦੀਆਂ ਨੇ। ਦੈਨ ਫਾਰਮੂਲੇਸ਼ਨ ਆਫ ਪੋਲਿਸੀਜ਼ ਨੂੰ ਫਾਰਮੂਲੇਟ ਕਰਨਾ ਕਿ ਮੇਰੀਆਂ ਕੀ ਪੋਲਿਸੀਜ਼ ਹੋਣਗੀਆਂ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਅੰਡਰ। ਦੈਨ ਲੇਇੰਗ ਡਾਊਨ ਪ੍ਰੋਸੀਜਰ, ਜੋ ਮੇਰੇ ਪ੍ਰੋਸੀਜਰਸ ਨੇ ਉਹਨਾਂ ਨੂੰ ਪਰਫੋਰਮ ਕਰਵਾਉਣਾ, ਉਹਨਾਂ ਨੂੰ ਉਹਨਾਂ ਦੇ ਅੱਗੇ EMPLOYEES ਦੇ ਅੱਗੇ ਰੱਖਣਾ ਕਿ ਇਹ ਵਾਲੇ ਟਾਸਕ ਮੈਨੇ ਪਰਫੋਰਮ ਕਰਵਾਉਣੇ ਹੈ। ਦੈਨ ਪ੍ਰੈਪਰੇਸ਼ਨ ਆਫ ਬਜਟਸ, ਜੋ ਮੇਰੇ ਬਜਟ ਨੇ ਕਿ ਮੈਂ ਇੰਨਾ ਹੀ ਖਰਚਾ ਕਰ ਸਕਦਾ, ਦੈਨ ਉਹ ਸਾਰੇ ਉਹਨਾਂ 'ਤੇ ਪ੍ਰੀਪੇਅਰ ਕਰਵਾਉਣੇ। ਦੈਨ ਹੁਣ ਦੇਖੋ ਇਹਦੇ ਵਿੱਚ ਇਹਨਾਂ ਨੇ ਕਿਹਾ ਇੱਕ 1 ਵੇ ਪ੍ਰੋਸੈਸ ਹੈ ਇਹ, ਲਾਈਕ ਲੋਅਰ ਲੈਵਲ ਟੂ ਆਪਰੇਟਿੰਗ ਪਲੈਨਿੰਗ, ਮਿਡਲ ਲੈਵਲ ਟੂ ਐਡਮਿਨਿਸਟ੍ਰੇਟਿਵ, ਟੌਪ ਲੈਵਲ ਟੂ ਸਟ੍ਰੈਟੇਜਿਕ ਪਲੈਨਿੰਗ। ਮਤਲਬ ਲੋਅਰ ਲੈਵਲ ਕੀ ਕਰੂਗਾ, ਜਿਹੜੀਆਂ ਆਪਰੇਟਿਵ ਪਲੈਨਿੰਗਸ ਨੇ ਕਿ ਆਪਰੇਸ਼ਨਸ ਪਰਫੋਰਮ ਕਰਵਾਉਣੇ ਨੇ ਉਹ ਪਲੈਨਿੰਗਸ ਕਰੇਗਾ। ਮਿਡਲ ਲੈਵਲ ਦੇ ਜੋ ਆਪਣੇ EMPLOYEES ਨੇ ਜਾਂ ਆਪਣੇ ਜੋ ਵੀ ਮੈਨੇਜਰਸ ਨੇ ਉਹ ਸਾਰੇ ਕੀ ਕਰਨਗੇ, ਐਡਮਿਨਿਸਟ੍ਰੇਟਿਵ ਪਲੈਨਿੰਗਸ ਕਰਨਗੇ। ਦੈਨ ਹੈ ਟੋਪ ਲੈਵਲ, ਜੋ ਆਪਣਾ ਕੰਪਨੀ ਦੇ ਵਿੱਚ ਜਾਂ ਜੋ ਵੀ ਇੰਸਟੀਟਿਊਟਸ ਦੇ ਵਿੱਚ ਆਪਣੇ ਟੋਪ ਲੈਵਲਸ ਨੇ ਤਾਂ ਉਹ ਕੀ ਕਰਨਗੇ, ਇੱਕ ਸਟ੍ਰੈਟੇਜੀ ਬਣਾ ਕੇ ਦੇਣਗੇ ਕਿ ਤੁਸੀਂ ਇਹਦੇ ਅਕੋਰਡਿੰਗ ਆਪਣਾ ਕੰਮ ਪੂਰਾ ਕਰਨਾ ਹੈ। ਦੈਨ ਹੈ ਆਪਣਾ ਸੈਕਿੰਡ ਜੋ ਫੰਕਸ਼ਨ ਹੈ ਸਬਸਿਡਰੀ, ਇਹਦੇ ਵਿੱਚ ਸੈਕੰਡਰੀ ਫੰਕਸ਼ਨਸ ਨੇ, ਉਹਦੇ ਵਿੱਚ ਹੈ ਆਰਗੇਨਾਈਜ਼ਿੰਗ। ਪ੍ਰਾਇਮਰੀ ਆਪਣਾ ਕੀ ਸੀਗਾ, ਫਸਟ ਕਿ ਆਪਾਂ ਪਲੈਨਿੰਗ ਕੀਤੀ ਹੈ ਕਿ ਕਿਵੇਂ ਆਪਾਂ ਨੇ ਉਹਨਾਂ ਨੂੰ ਕਰਨਾ ਹੈ। ਦੈਨ ਆਰਗੇਨਾਈਜ਼ ਕਰਨਾ। ਆਰਗੇਨਾਈਜ਼ਿੰਗ ਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਬੱਚੇ ਦੇਖੋ ਆਪਾਂ ਨੂੰ ਕਿਹਾ ਆਰਗੇਨਾਈਜੇਸ਼ਨ ਇਜ਼ ਅ ਗਰੁੱਪ ਆਫ ਪਰਸਨਸ। ਆਰਗੇਨਾਈਜੇਸ਼ਨ ਕੀ ਹੈ, ਇੱਕ ਕੋਈ ਵੀ ਪਰਸਨਸ ਦੇ ਨਾਲ ਹੀ ਕੋਈ ਵੀ ਆਰਗੇਨਾਈਜੇਸ਼ਨ ਚੱਲਦਾ ਹੈ ਜਾਂ ਕੋਈ ਵੀ ਇੰਸਟੀਟਿਊਟ ਚੱਲਦਾ ਹੈ ਤਾਂ ਉਹ ਕੀ ਇੱਕ ਗਰੁੱਪ ਆਫ ਪਰਸਨਸ ਹੈ, ਤਾਂ ਉਹਨਾਂ ਨੂੰ ਉਹਨਾਂ ਦੇ ਟਾਸਕ ਸਮਝਾਉਣੇ। ਔਰ EMPLOYEES ਨੈਸੈਸਰੀ ਟੂ ਪਰਫੋਰਮ ਆਫਿਸ ਵਰਕ, ਜਿਹੜੇ ਕਿ ਆਪਣੇ ਆਫਿਸ ਵਰਕ ਨੂੰ ਪਰਫੋਰਮ ਕਰਦੇ ਹੈ। ਦ ਟਰਮ ਆਰਗੇਨਾਈਜ਼ਿੰਗ ਇੰਪਲਾਈਜ਼ ਕ੍ਰੀਏਸ਼ਨ ਆਫ ਸੱਚ ਆਰਗੇਨਾਈਜੇਸ਼ਨ ਥਰੂ ਅਸਾਈਨਮੈਂਟ ਆਫ ਟਾਸਕ ਟੂ EMPLOYEES। ਇਹਨਾਂ ਨੇ ਕਿਹਾ ਦੇਖੋ ਅਸਾਈਨ ਕਰਵਾਉਣੇ ਉਹਨਾਂ ਨੂੰ ਟਾਸਕ ਕਿ ਉਹਨਾਂ ਨੇ ਕੀ ਕੰਮ ਕਰਨਾ ਹੈ EMPLOYEES ਨੂੰ, ਐਂਡ ਡੈਲੀਗੇਟਿੰਗ ਦੈਮ ਅਥਾਰਟੀ ਟੂ ਪਰਫੋਰਮ ਦਾ ਵਰਕ। ਅਤੇ ਉਹਨਾਂ ਨੂੰ ਆਪਾਂ ਇੱਕ ਐਵੇਂ ਦੀ ਅਥਾਰਟੀ ਦੇਣਾ ਕਿ ਤੁਸੀਂ ਇਹ ਟਾਸਕ ਜੇ ਤੁਹਾਨੂੰ ਲੱਗਦੀ ਹੈ ਵੀ ਇਹਦੇ ਵਿੱਚ ਐਵੇਂ ਦੀ ਇੰਪਰੂਵਮੈਂਟਸ ਕੁਝ ਹੋਣੀਆਂ ਚਾਹੀਦੀਆਂ ਨੇ ਤਾਂ ਤੁਸੀਂ ਬੇਝਿਜਕ ਆਪਣੇ ਇਹ ਟਾਸਕ ਪਰਫੋਰਮ ਕਰ ਸਕਦੇ ਹੋ ਜੋ ਤੁਹਾਨੂੰ ਡਿਊਰਿੰਗ ਦੈਟ ਟਾਈਮ ਲੱਗਦੇ ਹੈ। ਦੈਨ ਨੈਕਸਟ ਇਹਦੇ ਵਿੱਚ ਆਪਣੇ ਕੋਲ ਕੁਝ ਕੁ ਪੁਆਇੰਟਸ ਨੇ, ਜਿਵੇਂ ਇਹਨਾਂ ਨੇ ਦੱਸਿਆ ਦੇਖੋ ਇਨਕਲੂਡਸ ਗਰੁੱਪਿੰਗ ਆਫ ਐਕਟੀਵਿਟੀਜ਼, ਪਹਿਲਾਂ ਸਾਰੀਆਂ ਐਕਟੀਵਿਟੀਜ਼ ਨੂੰ ਗਰੁੱਪ ਦੇ ਵਿੱਚ ਰੱਖ ਲਿਆ। ਦੈਨ ਫਿਰ ਫਿਕਸਿੰਗ ਆਫ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼, ਫਿਰ ਜੋ ਆਪਾਂ ਅਲੱਗ-ਅਲੱਗ EMPLOYEES ਨੇ ਉਹਨਾਂ ਨੇ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਦੱਸਦੀਆਂ ਕਿ ਤੁਸੀਂ ਇਹ ਕੰਮ ਆਪਣੇ ਪਰਫੋਰਮ ਕਰਵਾਉਣੇ ਹੈ। ਦੈਨ ਇਸਟੈਬਲਿਸ਼ਿੰਗ ਰਿਲੇਸ਼ਨ ਬਿਟਵੀਨ ਡਿਫਰੈਂਟ ਕੰਪੋਨੈਂਟਸ ਆਫ ਅਥਾਰਟੀ। ਦੈਨ ਆਪਾਂ ਰਿਲੇਸ਼ਨਸ ਉਹਨਾਂ ਦੇ ਵਿੱਚ ਬਣਾਏ ਕਿ ਇਹ ਜਿਹੜੇ ਕੰਪੋਨੈਂਟਸ ਨੇ ਇਹਨਾਂ ਦੀਆਂ ਉਹਨਾਂ ਨੂੰ ਅਥਾਰਟੀਜ਼ ਦਿੱਤੀਆਂ, ਡਿਫਰੈਂਟ ਜਿਹੜੇ ਆਪਣੇ ਕੰਪੋਨੈਂਟਸ ਹੋਣਗੇ ਕਿ ਇਹਨਾਂ ਦੇ ਵਿਚਕਾਰ ਆਹ ਰਿਲੇਸ਼ਨ ਹੋਣਾ ਜ਼ਰੂਰੀ ਹੈ। ਵਰਕ ਟੂ ਮੋਬਾਈਲਾਈਜ਼ ਫਿਕਸਡ ਐਂਡ ਵਰਕਿੰਗ ਕੈਪੀਟਲ, ਤਾਂ ਆਪਾਂ ਨੂੰ ਉਹਨਾਂ ਨੂੰ ਫਿਕਸ ਕਰਤਾ ਕਿ ਇਹ ਡਿਊਟੀਜ਼ ਇਹਨਾਂ ਦੀਆਂ ਨੇ ਤਾਂ ਇੰਨੇ ਟਾਈਮ ਦੇ ਵਿੱਚ ਜਾਂ ਇੰਨੀ ਇਹਨਾਂ ਨੇ ਆਹ ਟਾਸਕ ਪਰਫੋਰਮ ਕਰਨਾ, ਇੰਨੀ ਕੈਪੀਟਲ ਇਨਵੈਸਟਮੈਂਟ ਇਹਦੇ 'ਤੇ ਹੋਏਗੀ ਤਾਂ ਇੰਨੇ ਹੀ ਇਹਦੇ 'ਤੇ ਹੋਣੇ ਚਾਹੀਦੇ, ਇਸ ਤੋਂ ਵੱਧ ਨਹੀਂ ਹੋਣੇ ਚਾਹੀਦੇ।
to provide equipment and facilitate to work properly. ਇਕੁਇਪਮੈਂਟ ਪ੍ਰੋਪਰਲੀ ਉਹਨਾਂ ਨੂੰ ਪ੍ਰੋਵਾਈਡ ਕਰਵਾਉਣੇ, ਫੈਸਿਲਿਟੇਟ ਕਰਵਾਉਣੇ ਤਾਂ ਕਿ ਉਹ ਆਪਣਾ ਵਰਕ ਹੈ ਜੋ ਪ੍ਰੋਪਰਲੀ ਪਰਫੋਰਮ ਕਰ ਸਕਣ। ਫਸਟ ਸੀ ਪਲੈਨਿੰਗ, ਸੈਕਿੰਡ ਆਪਣੀ ਆਰਗੇਨਾਈਜ਼ ਕਰਨਾ, ਦੈਨ ਸਟਾਫਿੰਗ। ਹੁਣ ਜਦੋਂ ਆਪਾਂ ਆਰਗੇਨਾਈਜ਼ ਕੀਤਾ, ਦੇਖੋ ਹਰ ਇੱਕ ਨੂੰ ਉਹਨਾਂ ਦੀਆਂ ਰਿਸਪੋਂਸੀਬਿਲਿਟੀਜ਼ ਅਤੇ ਡਿਊਟੀਜ਼ ਦਿੱਤੀਆਂ, ਤਾਂ ਉਹਦੇ ਡਿਊਰਿੰਗ ਆਪਾਂ ਚੈੱਕ ਕੀਤਾ ਕਿ ਜੋ ਮੇਰੇ ਕੋਲ ਐਟ ਪ੍ਰੈਜ਼ੈਂਟ ਐਮਪਲੋਇਜ਼ ਹੈਗੇ ਨੇ ਤਾਂ ਉਹ ਸਾਰੇ ਇਸ ਟਾਸਕ ਨੂੰ ਪਰਫੋਰਮ ਕਰ ਸਕਦੇ ਆ ਕਿ ਨਹੀਂ। ਅਗਰ ਨਹੀਂ ਕਰ ਸਕਦੇ ਜਾਂ ਫਿਰ ਉਹਨਾਂ ਦੇ ਵਿੱਚ ਪੂਰੇ ਡਿਵਾਈਡ ਨਹੀਂ ਹੋ ਰਹੇ, ਮੈਨੂੰ ਹੋਰ ਉਹਨਾਂ ਦੇ ਵਿੱਚੋਂ ਕੋਈ ਵੀ ਪਰਸਨਸ ਦੀ ਜਾਂ ਐਮਪਲੋਇਜ਼ ਦੀ ਲੋੜ ਹੈ, ਦੈਨ ਉਹਨਾਂ ਨੂੰ ਹਾਇਰ ਕਰਨਾ। ਤਾਂ ਉਹਦੇ ਅਕੋਰਡਿੰਗ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਸਟਾਫਿੰਗ। ਮਤਲਬ ਸਟਾਫ ਨੂੰ ਪ੍ਰੋਪਰ ਇੱਕ ਮੈਥਡ ਦੇ ਥਰੂ ਆਪਾਂ ਇੱਕ ਪਰਟੀਕੂਲਰ ਟਾਈਮ ਪੀਰੀਅਡ 'ਤੇ ਇੱਕ ਰਾਈਟ ਪਲੇਸ 'ਤੇ ਉਹਨਾਂ ਨੂੰ ਹਾਇਰ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ ਸਟਾਫਿੰਗ। ਜਿਵੇਂ ਇਹਨਾਂ ਨੇ ਕਿਹਾ ਰਾਈਟ ਪਰਸਨ ਇਜ਼ ਟੂ ਬੀ ਐਮਪਲੋਇਡ ਦਾ ਰਾਈਟ ਟਾਈਮ ਐਂਡ ਰਾਈਟ ਪਲੇਸ। ਮਤਲਬ ਕਿਸੇ ਰਾਈਟ ਪਰਸਨ ਨੂੰ ਜੋ ਉਸ ਚੀਜ਼ ਨੂੰ ਕੰਮ ਕਰਨ ਦੇ ਕਾਬਿਲ ਹੈ, ਉਸ ਰਾਈਟ ਪਰਸਨ ਨੂੰ ਐਮਪਲੋਇਡ ਐਟ ਦਾ ਰਾਈਟ ਟਾਈਮ, ਪ੍ਰੋਪਰ ਜਿਸ ਟਾਈਮ 'ਤੇ ਆਪਾਂ ਨੂੰ ਚਾਹੀਦਾ ਹੈ ਉਸੇ ਟਾਈਮ 'ਤੇ ਰੱਖਣਾ, ਐਟ ਰਾਈਟ ਪਲੇਸ, ਸਹੀ ਜਗ੍ਹਾ 'ਤੇ ਜਿੱਥੇ ਉਹਦੀ ਚਾਹੀਦੀ ਹੈ, ਉਹਦੀ ਡਿਮਾਂਡ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਨਾਮ ਦਿੰਦੇ ਹਾਂ ਸਟਾਫਿੰਗ। ਦੈਨ ਟ੍ਰੇਨਿੰਗ needs have to be assessed and necessary arrangement for training has to be made। ਅਗਰ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਜਾਂ ਟ੍ਰੇਨਿੰਗ ਦੇਣ ਲਈ ਕਿਸੇ ਪਰਸਨ ਦੀ ਲੋੜ ਹੈ ਤਾਂ ਆਪਾਂ ਉਸ ਪਰਸਨ ਨੂੰ ਹਾਇਰ ਕਰਨਾ ਅਤੇ ਉਹਨਾਂ ਨੂੰ ਪ੍ਰੋਪਰਲੀ ਸਾਰੀ ਟ੍ਰੇਨਿੰਗਸ ਨੂੰ ਪ੍ਰੋਵਾਈਡ ਕਰਨਾ ਤਾਂ ਜੋ ਆਪਣਾ ਟਾਸਕ ਹੈ ਜੋ ਪਰਫੋਰਮ ਕਰਨ ਲਈ ਤਾਂ ਉਹਨਾਂ ਨੂੰ ਪ੍ਰੋਪਰ ਟਾਈਮ ਪੀਰੀਅਡ 'ਤੇ ਪ੍ਰੋਪਰਲੀ ਇੱਕ ਮੈਨੇਜ ਤਰੀਕੇ ਨਾਲ, ਡਿਸਿਪਲਿਨ ਤਰੀਕੇ ਨਾਲ ਉਹਨਾਂ ਨੂੰ ਕਰ ਸਕੀਏ। ਦੈਨ ਹੈ ਡਾਇਰੈਕਟਿੰਗ ਮੀਨਸ ਇੱਕ ਸਹੀ ਰਾਹ ਦਿਖਾਣੀ, ਸਹੀ ਉਹਨਾਂ ਨੂੰ ਪ੍ਰੋਪਰ ਇੱਕ ਵੇ ਦੱਸਣਾ ਕਿ ਆਪਾਂ ਇਸ ਵੇ ਦੇ ਥਰੂ ਹਰ ਇੱਕ ਪਰਸਨ ਆਪਣਾ ਕੰਮ ਕਰੇਗਾ ਤਾਂ ਆਪਾਂ ਵਿਦਿਨ ਟਾਈਮ ਪੀਰੀਅਡ, ਜੋ ਗਿਵਨ ਟਾਈਮ ਪੀਰੀਅਡ ਹੈ ਕਿ ਆਪਣਾ ਇਹ ਕੰਮ ਇੰਨੇ ਟਾਈਮ 'ਚ ਹੋ ਜਾਣਾ ਚਾਹੀਦਾ ਹੈ, ਤਾਂ ਆਪਾਂ ਉਹ ਟਾਈਮ ਪੀਰੀਅਡ ਦੇ ਵਿੱਚ ਆਪਣੇ ਕੰਮ ਕਰ ਸਕਦੇ ਹਾਂ। ਤਾਂ ਇਹਦੇ ਅੰਡਰ ਆਪਣੇ ਕੁਝ ਫੰਕਸ਼ਨਸ ਆਉਂਦੇ ਹੈ, ਲੀਡਰਸ਼ਿਪ, ਕਮਿਊਨੀਕੇਸ਼ਨ, ਮੋਟੀਵੇਸ਼ਨ, ਸੁਪਰਵਿਜ਼ਨ। ਲੀਡਰਸ਼ਿਪ ਦੇ ਵਿੱਚ ਕੀ ਹੈ ਕਿ ਮੇਨ ਜੋ ਆਪਾਂ ਹੁਣ ਕਹੀਏ ਕਿ ਐਵੇਂ ਦੇ ਪਰਸਨ ਉਹਨਾਂ 'ਤੇ ਹਾਇਰ ਅਥੋਰਿਟੀ ਰੱਖੀਏ ਤਾਂ ਕਿ ਜੋ ਆਪਣੇ ਲੋਅਰ ਲੈਵਲ ਦੇ ਪਰਸਨਸ ਨੇ ਉਦੋਂ ਤਾਂ ਉਹਨਾਂ 'ਤੇ ਉਹ ਨਿਗਾਹ ਰੱਖੇ। ਜਿਵੇਂ ਆਪਾਂ ਕਹਿੰਦੇ ਹਾਂ ਮੋਨੀਟਰਿੰਗ, ਇੱਕ ਪਰਸਨ ਆਪਾਂ ਕਲਾਸ ਦੇ ਵਿੱਚੋਂ ਚੂਜ਼ ਕਰ ਲੈਂਦੇ ਹਾਂ ਕਿ ਉਹ ਦੇਖੇਗਾ ਸਾਰਿਆਂ ਨੂੰ ਕਿ ਸਾਰੇ ਆਪਣਾ ਕੰਮ ਕਰ ਰਹੇ ਨੇ, ਸਹੀ ਤਰੀਕੇ ਨਾਲ ਕਰ ਰਹੇ ਨੇ, ਠੀਕ ਹੈ। ਤਾਂ ਉਹ ਸਾਰੀ ਚੀਜ਼ ਲੀਡਰਸ਼ਿਪ ਕਿ ਉਹ ਇੱਕ ਪਰਸਨ ਜਾਂ ਕੁਛ ਆਪਾਂ ਐਮਪਲੋਇਜ਼ ਉਹਨਾਂ 'ਤੇ ਰੱਖਣੇ ਹਰ ਇੱਕ ਡਿਪਾਰਟਮੈਂਟ ਵਾਈਜ਼, ਜੋ ਉਹਨਾਂ ਨੂੰ ਪ੍ਰੋਪਰਲੀ ਇੱਕ ਤਾਂ ਗਾਈਡ ਕਰੇਗਾ ਕਿ ਤੁਹਾਨੂੰ ਇਹ ਟਾਸਕ ਕਿਵੇਂ ਪਰਫੋਰਮ ਕਰਨਾ ਹੈ, ਉਹਨਾਂ ਦੀ ਹੈਲਪ ਦੇ ਲਈ ਵੀ ਅਤੇ ਉਹਨਾਂ 'ਤੇ ਧਿਆਨ ਰੱਖਣ ਲਈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਉਹਦੇ ਡਿਊਰਿੰਗ ਕੰਮ ਕਰਨ 'ਚ। ਦੈਨ ਹੈ ਕਮਿਊਨੀਕੇਸ਼ਨ, ਤਾਂ ਉਹ ਕਮਿਊਨੀਕੇਟ ਕਰੇਗਾ ਆਪਣੇ ਜੋ ਲੋਅਰ ਲੈਵਲ ਦੇ ਐਮਪਲੋਇਜ਼ ਨੇ ਉਹਨਾਂ ਨਾਲ ਜਾਂ ਆਪਣੇ ਅਪਰ ਲੈਵਲ ਦੇ ਐਮਪਲੋਇਜ਼ ਨਾਲ। ਉਹ ਇੱਕ ਇੰਟਰਮੀਡੀਏਟਰ ਹੈ, ਲੋਅਰ ਲੈਵਲ ਨੂੰ ਕੀ ਚਾਹੀਦਾ ਆਪਣੇ ਕੰਮ ਦੇ ਵਿੱਚ, ਉਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਵਿੱਚ, ਅਤੇ ਹਾਇਰ ਅਥੋਰਿਟੀ ਆਪਣੇ ਲੋਅਰ ਲੈਵਲ ਐਮਪਲੋਇਜ਼ ਤੋਂ ਕੀ ਡਿਮਾਂਡ ਕਰ ਰਹੀ ਹੈ ਕਿ ਉਹ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਕਿਹੜੀ ਆਰਗੇਨਾਈਜ਼ਿੰਗ ਵੇ ਦੇ ਮੈਥਡ ਨਾਲ ਉਹ ਆਪਣੇ ਪ੍ਰੋਜੈਕਟ ਨੂੰ ਜੋ ਉਹਦੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੁਲਫਿਲ ਕਰ ਸਕਦੀ ਹੈ। ਦੈਨ ਮੋਟੀਵੇਸ਼ਨ, ਉਹਨਾਂ ਨੂੰ ਮੋਟੀਵੇਸ਼ਨ ਦੇਣੀ ਕਿ ਜੋ ਆਪਣੇ ਐਮਪਲੋਇਜ਼ ਕੰਮ ਕਰ ਰਹੇ ਨੇ ਉਹਨਾਂ ਨੂੰ ਵਿਦ ਸਮ ਇਨਸੈਂਟਿਵਸ, ਠੀਕ ਹੈ। ਅਤੇ ਆਪਾਂ ਉਹਨਾਂ ਨੂੰ ਇਨਸੈਂਟਿਵਸ ਜਾਂ ਕੁਛ ਵੀ ਐਵੇਂ ਦੇ ਉਹਨਾਂ ਨੂੰ ਪ੍ਰੇਜ਼ ਕਰਕੇ ਜਾਂ ਉਹਨਾਂ ਦੇ ਕੁਛ ਹੋਰ ਉਹਨਾਂ ਨੂੰ ਖੁਸ਼ ਕਰਕੇ ਜਿਹੜੀਆਂ ਚੀਜ਼ਾਂ ਨਾਲ ਆਪਾਂ ਉਹਨਾਂ ਨੂੰ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਉਹ ਚੀਜ਼ਾਂ ਦੇ ਸਕਦੇ ਹਾਂ। ਦੈਨ ਹੈ ਉਸ ਤੋਂ ਬਾਅਦ ਸੁਪਰਵਿਜ਼ਨ ਦੇ ਵਿੱਚ ਕੀ ਹੈ ਕਿ ਇਹ ਪਾਰਟ ਹੈ ਆਪਣਾ ਡਾਇਰੈਕਸ਼ਨ, ਠੀਕ ਹੈ, ਪਾਰਸਲ ਆਫ ਡਾਇਰੈਕਸ਼ਨ, ਕਿ ਉਹਨਾਂ ਨੂੰ ਸੁਪਰਵਿਜ਼ਨ ਕਰ ਰਿਹਾ ਹੈ, ਜੋ ਇੱਕ ਮੋਟੀਵੇਸ਼ਨ ਹੈ, ਲੀਡਰਸ਼ਿਪ ਹੈ, ਜੋ ਉਹ ਪਰਸਨ ਆ ਉਹਨਾਂ ਨੂੰ ਲੀਡਰਸ਼ਿਪ ਦੇ ਅੰਡਰ ਉਹਨਾਂ ਦੀ ਕੰਮ ਕਰ ਰਹੇ ਨੇ ਐਮਪਲੋਇਜ਼, ਤਾਂ ਉਹ ਐਮਪਲੋਇਜ਼ ਨੂੰ ਸੁਪਰਵਾਈਜ਼ ਕਰੂਗਾ ਵੀ ਦੇਖੋ ਇਹ ਚੀਜ਼ ਹੈ ਕਿ ਉਹਨਾਂ ਦੇ ਉੱਪਰ ਰਹਿ ਕੇ ਉਹਨੇ ਉਹਨਾਂ ਨਾਲ ਪ੍ਰੋਪਰਲੀ ਕਮਿਊਨੀਕੇਟ ਕਰਨੀ ਹੈ, ਟਾਈਮ ਟੂ ਟਾਈਮ ਉਹਨਾਂ ਨੂੰ, ਮਤਲਬ ਇਹ ਵੀ ਨਾ ਹੋਵੇ ਕਿ ਟਾਈਮ ਤੋਂ ਜ਼ਿਆਦਾ ਉਹਨਾਂ ਤੋਂ ਕੰਮ ਲੈ ਰਿਹਾ ਪਰ ਉਹਨਾਂ ਨੂੰ ਪੇ ਨਹੀਂ ਕਰ ਰਿਹਾ, ਤਾਂ ਉਹ ਜਿਹੜੇ ਲੋਅਰ ਲੈਵਲ ਦੇ ਪਰਸਨਸ ਨੇ ਉਹ ਵੀ ਨਹੀਂ ਖੁਸ਼ ਹੋਣਗੇ ਤਾਂ ਉਹਨਾਂ ਨੂੰ ਨਹੀਂ ਕੰਮ ਕਰਕੇ ਦੇਣਗੇ। ਤਾਂ ਉਹ ਮੇਨ ਜਿਹੜਾ ਲੀਡਰਸ਼ਿਪ ਪਰਸਨ ਉੱਥੇ ਹੈ ਆਪਣੇ ਕੋਲ ਜਾਂ ਜੋ ਮੋਨੀਟਰਿੰਗ ਕਰ ਰਿਹਾ ਉਸ ਪ੍ਰੋਜੈਕਟ ਦੀ, ਤਾਂ ਉਹ ਉਹਨਾਂ 'ਤੇ ਸੁਪਰਵਿਜ਼ਨ ਰੱਖੇਗਾ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਦੈਨ ਉਹਨਾਂ ਦੀ ਹੈਲਪ ਕਰਨਾ ਤਾਂ ਕਿ ਜੋ ਹੈ ਲੋਅਰ ਲੈਵਲ ਦੇ ਉਹਨਾਂ ਨਾਲ ਪ੍ਰੋਪਰ ਉਹਨਾਂ ਨਾਲ ਰਿਲੇਸ਼ਨ ਅੱਛੇ ਬਣਾ ਕੇ ਰੱਖਣਾ ਤਾਂ ਕਿ ਜੋ ਹੈ ਨੀਚੇ ਬੈਠੇ ਉਹਨਾਂ ਦੇ ਕਸਟਮਰਸ ਨੇ ਉਹ ਵੀ ਖੁਸ਼ ਰਹਿਣ ਅਤੇ ਉਹਨਾਂ ਦੇ ਐਮਪਲੋਇਜ਼ ਵੀ ਖੁਸ਼ ਰਹਿਣ। ਨੈਕਸਟ ਆਪਣੇ ਕੋਲ ਬੱਚੇ ਇਹਦੇ ਵਿੱਚ ਆਉਂਦਾ ਹੈ ਕੋਆਰਡੀਨੇਟਿੰਗ ਦੇ ਵਿੱਚ ਕੀ ਹੈ
कि एक बॉन्ड बना के रखना। देखो इन्होंने किया है कि टू यूनाइट एंड कोरिलेट ऑल एक्टिविटीज़, कि यूनाइट करना, इकट्ठा करके रखना तो कोरिलेशन उन्हां च बना के रखना जिहड़ियां आपां एक्टिविटीज़ जिन्नियां भी उहदे विच परफॉर्म करनियां ने। इट मीनस परफॉर्मिंग टास्क इन हारमोनी, कि अपने इकट्ठ दे विच उन्हां नूं इकट्ठिਆਂ नूं सारे टास्क परफॉर्म करने ते उन्हां दे विच आपस इंटरकनैक्शन बना के रखना। कोआर्डिनेशन इंक्लूड्स, देखो बैलेंसिंग ऑफ एक्टिविटीज़, टाइम बाउंड वर्क, इंटीग्रेशन ऑफ डाइवर्स इंटरस्ट्स। तो ये सारी एक्टिविटीज़ नूं बैलेंस करके रखना, ठीक है। टाइम बाउंड वर्क होवे कि इन्ने टाइम पीरियड दे विच उन्हां दा इकट्ठिਆਂ दा काम चल रहा है। दैन इंटीग्रेशन ऑफ डाइवर्स इंटरस्ट। दैन अपने को आंदा है कंट्रोलिंग, कि हुण ये सारियां अपने जिहड़े सैकेंडरी फंक्शनस ने, सैकेंडरी लैवल के अपने अदर फंक्शनस ने, इन्हां दे विच देखो प्लैनिंग है, ऑर्गेनाइज़ करना, फिर उन्होंने फिर स्टाफिंग करना, स्टाफ रखने तो बाद फिर उन्होंने डायरैक्शन देना, डायरैक्टिंग करना, दैन उन्होंने आपस फिर उन्होंने कोआर्डीनेट करके रखना। दैन लास्ट अपने को आता है कंट्रोलिंग, फिर उन्होंने कंट्रोल करके रखना ताकि वो की है अपनी किसी भी चीज़ को दी हुई का ज़्यादा फायदा भी ना लैन तो जाई उन्होंने कोई कुछ भी नुकसान ना करन। दैन ये देखो इन्होंने दस्या है कि कंट्रोल इज़ वेरीफाइंग वैदर एवरीथिंग अकर्स इन कन्फर्मिटी विद प्लैनस एंड पॉलिसीज़। दैन ਉਹਦੇ ਵਿੱਚ ਕੀ ਹੈ कि जो आप प्लैन ਤੇ पॉलिसीज़ दसियां सी ਉਹਨਾਂ ਨੂੰ ਉਹਦੇ ਅਕੋਰਡਿੰਗ ਆਪਣਾ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਇਹ ਕਨਫਰਮਡ ਕਰਕੇ ਰੱਖਣਾ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕੰਟਰੋਲਿੰਗ। ਤਾਂ ਕੰਟਰੋਲਿੰਗ ਦੇ ਅੰਡਰ ਆਪਣੇ ਸਟੈਪਸ ਕੀ ਨੇ? ਸੈਟਿੰਗ ਸਟੈਂਡਰਡਸ, मेजरिंग एक्चुअल परफॉर्मेंस, सैटिंग करना स्टैंडर्ड्स का कि जो अपने आपने टास्क परफॉर्म करने लिए दिते हुए हैं वो प्रॉपर वे ना चल रहे कि नहीं चल रहे। दैन एक्चुअल परफॉर्मेंस जो है मिल रही है कि नहीं मिल रही। कंपेयरिंग एक्चुअल विद स्टैंडर्ड्स एंड फाइंडिंग डेविएशंस की है कि जो आप उन्होंने दसिया सी एक्चुअल दे विच उही काम हो रहा है ਜਾਂ कुछ होर ही तो नहीं हो रहा, ठीक है। तो ये सारिया चीज़ां अगर कुछ गलत हो रहा है, कुछ एरर्स वो आ रही ने, दैन उन्होंने करैक्ट करना, करैक्टिंग डेविएशंस। तो ये अपने प्लैनस ने कंट्रोलिंग के अंडर, ये सारिया अपनी पॉलिसीज़ ने, एक वे है जिहदे थ्रू आप ये सारे चैक करांगे कि कंट्रोलिंग पॉइंट्स ने अपने कि ये सारिया चीज़ों को चैक करते हुए अपना प्रोजैक्ट टाइम ते विद प्रॉपर मैथड नाल ये कंप्लीट हो रहा है या नहीं हो रहा। दैन है अदर फंक्शनस दे विच अपने डिसीजन मेकिंग, बिल्डिंग अप मोरल, एनहांसिंग कोऑपरेशन। मतलब डिसीजन मेकिंग है, ठीक है, डिसाइड करना है आप अकॉर्डिंग कि की चीज़ करैक्ट है कि नहीं। बिल्डिंग अप मोरल, एक मोरल उन्होंने लैके आप एक गोल या मोटिवेशन आप लेंदे हुए उहदे ते एक जो ऑब्जैक्टिव है अपने उन्होंने अकॉर्डिंग उन्होंने डिसाइड करना। दैन इनहांसिंग कोऑपरेशंस जोड़ियाँ आपस च उन्होंने इंटरकनैक्शनस ने उन्होंने इनहांस करना। दैन लास्ट अपने सबसिडरी फंक्शनस ने जो अपने कि वो किदां दे होने चाहिए ने। इहदे विच फर्स्टली कोस्ट रिडक्शन, तो आप ये देखना है कि अपनी जिन्नी कोस्ट रिड्यूस हो सकती है, ठीक है, अपने जो ये बजट है तो बजट के अकॉर्डिंग जो मैं रिक्वायरमेंट्स डिसाइड कीतियां ने तो वो मेरिया यूजर्स नूं पहला तक खुश करनगियां या नहीं करनगियां। अगर यूजर्स के अकॉर्डिंग अपनी मान लो कोई भी बजट तो बाहर जा रही है तो आप कोस्ट रिड्यूस करनी किदां कर सकते हैं, ठीक है। कई बार हुंदा है कि आप अलग अलग परसनस हायर किए ने अलग अलग डिपार्टमेंट्स के विच, बट कई बार की होंदा है कि एक परसन यह जिहा है कि वो दोनों जगह पर काम कर सकता है, ठीक है। एक डिपार्टमेंट के विच मान लो वो काम कर रहा है तो उत्थे वो जो उहदा हाफ टाइम वांगू वो फ्री रह रहा है तो आप उन्होंने हाफ टाइम दूसरे डिपार्टमेंट के विच हैल्प करने ला देना एज़ कंपेयर टू आप 2 परसनस रखने लई, ठीक है। तो ये की अपनी कोस्ट रिडक्शन होएगी। एवं सेम अगर अपनी एक मशीन के थ्रू काम चल रहा है तो आप एज़ कंपेयर टू कि दो मशीनस रखीए तो आप एक मशीन पर जिवें आप काम लै रहे हैं तो सैकेंड ये टाइम पर आप उन्होंने एक प्रॉपर कह दिए कि एक टाइम टेबल ਜਾਂ ਆਪਾਂ कहते एक मैथड्स डिसाइड कर लाँगे कि ये मैथड्स के थ्रू आप इन्हां ते टास्क परफॉर्म करने ने तो अपनी जो रिक्वायरमेंट्स ने वो फिल करनियां ने। दैन है सेफ गार्डिंग असैट्स कि अपने सेफ गार्डिंग असैट्स होने चाहिए ने, ये विच ये मटीरियल्स होने चाहिए ने जो सेफ कर सकन। एवें दी चीज़ां जिवें हुण इहदे विच इन्हां ने दस्सिया
कि all assets movable or immovable, documents, title, other record must be guarded and protected from the theft, loss, damage। ਇਹ ਸਾਰੀਆਂ ਚੀਜ਼ਾਂ ਤੋਂ ਮਤਲਬ ਉਹਨਾਂ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਹ ਨਾ ਹੋਵੇ ਕੋਈ ਫਾਇਰ ਐਕਸਟਿੰਗੁਇਸ਼ਰ ਹੋਵੇ ਅਤੇ ਮਤਲਬ ਉਹ ਅੱਗ ਫੜਦਾ ਹੋਵੇ ਜਲਦੀ, ਤਾਂ ਮਤਲਬ ਕੁਛ ਐਵੇਂ ਦੀਆਂ ਚੀਜ਼ਾਂ ਜੋ ਆਪਣੀਆਂ ਉਹਦੇ ਕੰਪਨੀ ਦੇ ਵਿੱਚ ਜਾਂ ਆਪਣੀ ਔਰਗੇਨਾਈਜੇਸ਼ਨ ਦੇ ਵਿੱਚ ਪਈਆਂ ਨੇ, ਤਾਂ ਚਾਹੇ ਉਹ ਮੂਵੇਬਲ ਚੀਜ਼ਾਂ ਨੇ ਚਾਹੇ ਇਮੂਵੇਬਲ ਚੀਜ਼ਾਂ ਨੇ, ਤਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰੋਪਰਲੀ ਧਿਆਨ 'ਚ ਰੱਖਣਾ ਹੈ। ਜਾਂ ਡਾਕੂਮੈਂਟਸ ਨੇ ਇਹ ਨਾ ਹੋਣ ਕਿ ਆਪਣੇ ਰਫ ਪੇਪਰਸ ਨੇ ਜੋ ਜਲਦੀ ਫਟ ਜਾਣਗੇ, ਨਹੀਂ, ਡਾਕੂਮੈਂਟੇਸ਼ਨ ਇੱਕ ਪ੍ਰੋਪਰ ਐਵੇਂ ਦੇ ਪੇਜਿਸ 'ਤੇ ਜੋ ਆਪਣੇ ਲੌਂਗ ਟਾਈਮ ਲਈ ਚੱਲ ਸਕਣ, ਮਤਲਬ ਜਲਦੀ ਚੀਜ਼ਾਂ ਡੈਮੇਜ ਹੋਣ ਵਾਲੀਆਂ ਨਾ ਹੋਣ। ਦੈਨ ਪਰਸਨਲ ਫੰਕਸ਼ਨਸ, ਪਰਸਨਲ ਫੰਕਸ਼ਨਸ ਦੇ ਵਿੱਚ ਹੈ ਬੱਚੇ, ਆਫਿਸ ਹੈਜ਼ ਟੂ ਪਰਫਾਰਮ ਅ ਨੰਬਰ ਆਫ ਫੰਕਸ਼ਨਸ in personal section in respect of employees in the organization। ਤਾਂ ਇਹਦੇ ਵਿੱਚ ਆਪਣੇ ਕੋਲ ਦੇਖੋ these functions are performed from recruitment to retirement of employees। ਮਤਲਬ ਇਹ ਸਾਰੇ ਫੰਕਸ਼ਨਸ ਆਪਣੇ ਉਦੋਂ ਤੱਕ ਚੱਲਦੇ ਆ। these functions are performed from recruitment to retirement of employees। ਜਦੋਂ ਆਪਾਂ ਹਾਇਰ ਕੀਤਾ ਅਤੇ ਉਹਦੇ ਐਂਡ ਦੇ ਜਾਣ ਟਾਈਮ ਤੱਕ ਆਪਣੀਆਂ ਸਾਰੀਆਂ ਜੋ ਇਹਦੇ ਵਿੱਚ ਉਹਨੇ ਫੰਕਸ਼ਨਸ ਪਰਫੋਰਮ ਕੀਤੇ, preparing list, suppliers of manpower, conducting test before selection, ਉਹਨਾਂ ਦੇ ਟੈਸਟ ਕੰਡਕਟ ਕਰਵਾਉਣੇ, ਠੀਕ ਹੈ। ਉਹਨਾਂ ਦੀ ਸਿਲੈਕਸ਼ਨ ਤੋਂ ਪਹਿਲਾਂ ਇਹ ਨਾ ਹੋਵੇ ਵੀ ਆਪਾਂ ਹਾਇਰ ਤਾਂ ਕਰ ਲਿਆ ਬਟ ਉਸ ਪਰਸਨ ਨੂੰ ਆਉਂਦਾ ਕੁਛ ਨਹੀਂ, ਠੀਕ ਹੈ। ਤਾਂ ਉਹ ਚੀਜ਼ਾਂ ਦੇ ਥਰੂ ਆਪਾਂ ਉਹਨਾਂ ਨੂੰ ਚੈੱਕ ਕਰਨਾ ਕਿ ਉਹ ਪਰਸਨ ਕੀ ਐਲੀਜੀਬਲ ਹੈ, ਆਪਾਂ ਜੋ ਕੰਮ ਉਹਨਾਂ ਨੂੰ ਜਾਂ ਜੋ ਪ੍ਰੋਜੈਕਟ ਆਪਾਂ ਦੇਣੇ ਨੇ ਵੀ ਉਹ ਕਰ ਸਕੇ ਉਹਨਾਂ ਨੂੰ। ਪ੍ਰੀਪੇਅਰਿੰਗ ਫॉर ਟ੍ਰੇਨਿੰਗ, ਅਗਰ ਚਲੋ ਥੋੜ੍ਹਾ ਬਹੁਤ ਹੈ ਕਿ ਆਪਣੇ ਕੋਲ ਉਹ ਬੰਦਾ ਕੰਮ ਕਰ ਸਕਦਾ ਹੈ ਬਟ ਜੋ ਆਪਾਂ ਪ੍ਰੋਜੈਕਟ ਲਈ ਕੰਮ 'ਤੇ ਲਗਾਉਣਾ ਹੈ ਉਹ ਪ੍ਰੋਜੈਕਟ ਨਵਾਂ ਤਾਂ ਇਹਨਾਂ ਨੂੰ ਨਹੀਂ ਪਤਾ, ਬਟ ਉਹਦੇ ਵਿੱਚ ਜੋ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਉਹਦੇ ਬਾਰੇ ਉਹਨੂੰ ਇਨਫੋਰਮੇਸ਼ਨ ਹੈ, ਤਾਂ ਆਪਾਂ ਉਹਨੂੰ ਟ੍ਰੇਨਿੰਗ ਦੇ ਕੇ ਉਹਨਾਂ ਕਾਬਿਲ ਬਣਾ ਸਕਦੇ ਹਾਂ, ਕੈਪੇਬਲ ਕਰ ਸਕਦੇ ਹਾਂ ਕਿ ਆਪਣੇ ਉਹ ਸਾਰੇ ਉਹ ਟਾਸਕ ਪਰਫੋਰਮ ਕਰ ਸਕੇ। ਕੀਪਿੰਗ ਰਿਕਾਰਡਸ ਆਫ ਐਮਪਲੋਇਜ਼ ਦਾ ਵੀ ਰਿਕਾਰਡ ਆਪਾਂ ਮੇਨਟੇਨ ਕਰਕੇ ਰੱਖਣਾ। ਕੈਲਕੂਲੇਟਿੰਗ ਵੇਜਿਸ, ਜੋ ਉਹਨਾਂ ਦੀਆਂ ਤਨਖਾਹਾਂ ਨੇ ਤਾਂ ਜਾਂ ਜਿਵੇਂ ਆਪਾਂ ਉਹਨਾਂ ਦੇ ਇਨਸੈਂਟਿਵਸ ਦੇਣੇ ਨੇ, ਇਹ ਸਾਰੇ ਆਪਾਂ ਫੰਕਸ਼ਨਸ ਜਾਂ ਇਹ ਸਾਰੇ ਆਪਾਂ ਟਾਸਕ ਉਹਨਾਂ 'ਤੇ ਪਰਫੋਰਮ ਕਰਨੇ, ਇਹ ਸਾਰਿਆਂ ਨੂੰ ਕਹਿੰਦੇ ਆ ਪਰਸਨਲ ਫੰਕਸ਼ਨਸ। ਇਹ ਆਪਣੇ ਪਰਸਨਲ ਫੰਕਸ਼ਨਸ ਨੇ ਜੋ ਆਪਾਂ ਨੂੰ ਰਿਕਾਰਡ ਕਰਕੇ ਰੱਖਣੇ ਜ਼ਰੂਰੀ ਹੈ। ਦੈਨ ਪਬਲਿਕ ਰਿਲੇਸ਼ਨ ਫੰਕਸ਼ਨਸ, ਪਬਲਿਕ ਰਿਲੇਸ਼ਨ ਫੰਕਸ਼ਨਸ ਕੀ ਨੇ ਕਿ ਜੇ ਆਪਣੇ ਐਮਪਲੋਈਜ਼ ਨਾਲ ਅੱਛੇ ਰਿਲੇਸ਼ਨਸ ਹੋਣਗੇ ਤਾਂ ਓਬਵੀਅਸਲੀ ਬਾਹਰ ਆਪਣੇ ਉਨੇ ਹੀ ਪਬਲਿਕ ਰਿਲੇਸ਼ਨ ਵੀ ਅੱਛੇ ਬਣਨਗੇ। ਤਾਂ ਇਹਨਾਂ ਨੇ ਦੇਖੋ ਕਿਹਾ ਕਿ ਗੁੱਡ ਪਬਲਿਕ ਰਿਲੇਸ਼ਨ ਸ਼ੈਲ ਇਨਕਰੀਜ਼ ਗੁੱਡਵਿਲ ਆਫ ਦਾ ਐਂਟਰਪ੍ਰਾਈਜ਼। ਤਾਂ ਪਬਲਿਕ ਰਿਲੇਸ਼ਨਸ ਜੋ ਆਪਣੇ ਕਸਟਮਰਸ ਨਾਲ ਰਿਲੇਸ਼ਨਸ ਨੇ ਤਾਂ ਉਹ ਬਾਹਰ ਜਾ ਕੇ ਵੀ ਉਨੇ ਹੀ ਆਪਣੇ ਵਧੀਆ ਹੀ ਰਿਲੇਸ਼ਨਸ ਬਣਾਉਣ ਦੇ ਵਿੱਚ ਹੈਲਪਫੁਲ ਹੋਣਗੇ। ਨੈਕਸਟ ਆਪਣੇ ਫਾਰਮ ਡਿਜ਼ਾਈਨ ਐਂਡ ਕੰਟਰੋਲ, ਜੋ ਆਪਣੇ ਫਾਰਮ ਡਿਜ਼ਾਈਨਿੰਗਸ ਨੇ, ਠੀਕ ਹੈ, ਪ੍ਰੋਸੈਸਿੰਗਸ ਨੇ, ਜੋ ਆਪਣੀਆਂ ਕਮਿਊਨੀਕੇਸ਼ਨਸ ਨੇ ਜਾਂ ਜੋ ਵੀ ਫਾਈਲਿੰਗ ਇਨਫੋਰਮੇਸ਼ਨਸ ਨੇ ਉਹ ਸਾਰੀਆਂ ਪ੍ਰੋਪਰਲੀ ਡਿਜ਼ਾਈਨ ਕਰਨੀਆਂ ਅਤੇ ਕੰਟਰੋਲ ਕਰਕੇ ਰੱਖਣੀਆਂ। ਦੈਨ ਨੈਕਸਟ ਹੈ ਆਪਣੀ ਸਟੇਸ਼ਨਰੀ ਐਂਡ ਸਪਲਾਇਰਸ, ਜੋ ਆਪਣੀ ਸਟੇਸ਼ਨਰੀ ਰਿਕੁਆਇਰਮੈਂਟ ਹੈ, ਠੀਕ ਹੈ, ਜਾਂ ਸਪਲਾਈਜ਼ ਜੋ ਆਪਾਂ ਨੂੰ ਚਾਹੀਦੇ ਨੇ ਉਹਨਾਂ ਨੂੰ ਸਾਰਾ ਸਟੋਕ ਦੇ ਅਕੋਰਡਿੰਗ ਆਪਾਂ ਰੱਖਣਾ ਮੇਨਟੇਨ ਕਰਕੇ। ਕੀਪਿੰਗ ਸਫੀਸ਼ੀਐਂਟ ਸਟੋਕ ਆਫ ਸਟੇਸ਼ਨਰੀ ਆਈਟਮਸ ਇਜ਼ ਵਨ ਆਫ ਦਾ ਇੰਪੋਰਟੈਂਟ ਡਿਊਟੀ ਆਫ ਐਨ ਆਫਿਸ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਵੀ ਰਿਕਾਰਡ ਕਰਕੇ ਰੱਖਣਾ ਅਤੇ ਉਹਨਾਂ ਨੂੰ ਟਾਈਮ ਸਿਰ ਜੇ ਆਪਾਂ ਲੋੜ ਹੈ ਤਾਂ ਆਪਾਂ ਫੈਸਿਲਿਟੇਟ ਹੋ ਸਕਣ, ਤਾਂ ਇਹ ਸਾਰੀਆਂ ਵੀ ਇੱਕ ਇੰਪੋਰਟੈਂਟ ਡਿਊਟੀ ਹੈ ਆਫਿਸ ਦੀ। ਇਹਨਾਂ ਨੇ ਕਿਹਾ ਦੇਖੋ ਕਾਲਿੰਗ ਕੋਟੇਸ਼ਨਸ, ਮੇਕਿੰਗ ਸਮਰੀਜ਼, placing orders, receiving suppliers, recording and issuing it to different departments and protecting it from loss from fire, water, sun, wind। ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਕੇ ਰੱਖਣਾ ਅਤੇ ਰਿਕਾਰਡ ਦੇ ਵਿੱਚ ਮੇਨਟੇਨ ਕਰਕੇ ਰੱਖਣਾ ਤਾਂ ਕਿ ਜਦੋਂ ਜਿਹੜੇ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੈ ਉਹਨਾਂ ਨੂੰ ਪ੍ਰੋਪਰਲੀ ਸਪਲਾਈ ਕਰਵਾਉਣਾ। ਦੈਨ ਹੈ ਆਫਿਸ ਐਪਲਾਇੰਸਿਸ, ਆਫਿਸ ਦੇ ਜੋ ਐਪਲਾਇੰਸਿਸ ਨੇ, ਐਪਲਾਇੰਸਿਸ ਕਿਹੜੇ, ਜਿਵੇਂ ਉਹਦੀਆਂ ਇਕਵਿਪਮੈਂਟਸ ਨੇ, ਕੋਈ ਵੀ ਮਸ਼ੀਨਸ ਨੇ, ਠੀਕ ਹੈ, ਉਹਦੇ ਫਰਨੀਚਰ ਵਗੈਰਾ ਜੋ ਵੀ ਉੱਥੇ ਆਫਿਸ 'ਚ ਆਪਣੇ ਲੋੜ ਮੁਤਾਬਿਕ ਜੋ ਚੀਜ਼ਾਂ ਨੇ ਉਹ ਸਾਰੇ ਐਪਲਾਇੰਸਿਸ ਨੂੰ ਵੀ ਪ੍ਰੋਪਰ ਟਾਈਮ ਟੂ ਟਾਈਮ ਮੇਨਟੇਨ ਕਰਨਾ। ਅਗਰ ਮਸ਼ੀਨਸ ਨੇ ਤਾਂ ਮਸ਼ੀਨ ਜਿਵੇਂ ਟਾਈਮ ਬਾਅਦ ਕੁਝ ਥੋੜ੍ਹਾ ਉਹਨਾਂ ਨੂੰ ਜੰਗ ਵਗੈਰਾ ਲੱਗ ਜਾਂਦੀ ਹੈ ਜਾਂ ਉਹਨਾਂ ਦੇ ਕੁਝ ਪਾਰਟਸ ਨੇ ਜੋ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਤਾਂ ਉਹਨਾਂ ਨੂੰ ਟਾਈਮ ਟੂ ਟਾਈਮ ਆਪਾਂ ਮੇਨਟੇਨ ਕਰਕੇ ਰੱਖਣਾ, ਉਹਨਾਂ 'ਤੇ ਪੋਲਿਸ਼ਿੰਗ ਵਗੈਰਾ ਕਰਵਾ ਕੇ ਰੱਖਣਾ, ਤਾਂ ਉਹਨਾਂ ਨੂੰ ਉਹਨਾਂ ਦੀ ਪ੍ਰੋਪਰ ਕੇਅਰ ਕਰਨਾ।
तो ये सारिया चीज़ां की ने एक ऑफिस एम्पलाइंसिस ਨੂੰ ਜਦੋਂ ਆਪਾਂ केयर करांगे तो अपने ਇਹਦੇ ਨਾਲ ਕੀ है मेन फंक्शनस ने जो अपने टास्क परफॉर्म अच्छे होणगे तो टाइम ते परफॉर्म होणगे। दैन सिस्टम इंप्रूवमेंट, सिस्टम ਨੂੰ इंप्रूव करना, डिफरेंट एक्टिविटीज़ ने जिमें अपने ਇਹਦੇ ਵਿੱਚ डिफरेंट टास्क ने जो ਆਪਾਂ सिस्टम ਨੂੰ इंप्रूव ਕਰਨ 'ਚ हेल्प करते हैं, जिमें है कुछ परचेजिंग करना, फीलिंग करना, कम्युनिकेशन है जो अपनी अदर परसनस दे नाल, जां अपने कस्टमर्स नाल, जां सप्लायर्स दे नाल, ठीक है। तो ये सारिया चीज़ां भी अपने सिस्टम नू इंप्रूव करन दे विच हेल्पफुल ने। ये सी बच्चे अपने जिहड़े ऑफिस रिलेटेड फंक्शनस कि ऑफिस दे विच की फंक्शनस होने चाहिए ने ताकि वो अपने हर एक काम नू, हर एक चीज़ नू, हर एक टास्क नू जो उन्होंने प्रोजैक्ट मिले है परफॉर्म करने लई, तो प्रोजैक्ट शुरू तो लैके जो आप स्टार्ट करन तो पहला जो आपको चीज़ां चाहिए ने तो एंड तक जो उन्होंने कंप्लीट प्रोजैक्ट देन तक अपने जो भी रिक्वायरमेंट्स ने ਜਾਂ जो भी रिक्वायर्ड नैसेसरी थिंग्स ने, ठीक है, ਜਾਂ जो भी फाइल्स ने, रिकॉर्ड्स ने, सारिया की मेनटेनेंस रखनी, वो सारिया चीज़ां अपने अलग अलग फंक्शनस परफॉर्म कर दिया। Then I hope you all students will understand. Then thank you and bye bye students. God bless you.